ਧੰਨ ਗੁਰੂ ਰਾਮਦਾਸ ਜੀ। 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 ਸਾਰੀ ਸੰਗਤ ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅੱਜ ਹੋਲੇ ਮਹੱਲੇ ਦੇ ਪਾਵਨ ਪਵਿੱਤਰ ਮੌਕੇ ਤੇ ਮੇਰੇ ਬੜੇ ਪਿਆਰੇ ਸਤਿਕਾਰਯੋਗ ਮਹੰਤ ਕਰਮਜੀਤ ਸਿੰਘ ਜੀ, ਜਿਨ੍ਹਾਂ ਦੇ ਸਿਰ ਦੇ ਉੱਤੇ ਪਿਤਾ ਕਲਗੀਧਰ ਜੀ ਹੱਥ ਰੱਖਦੇ ਨੇ, ਆਪ ਜੀ ਸਾਰੇ ਆਪਣੀਆਂ ਅਸੀਸਾਂ ਦਿੰਦੇ ਹੋ, ਸਹਿਯੋਗ ਦਿੰਦੇ ਹੋ। ਇਹਨਾਂ ਅਸੀਸਾਂ ਔਰ ਸਹਿਯੋਗ ਦਾ ਸਦਕਾ ਇਹ ਆਏ ਸਾਲ ਉਦਮ ਉਪਰਾਲਾ ਕਰਦੇ ਨੇ। ਇਸ ਵਾਰੀ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਜੋ ਇਹ ਉਦਮ ਬਖਸ਼ਿਸ਼ ਕੀਤਾ। ਅਸੀਂ ਸਾਰੇ ਪਿਤਾ ਜੀ ਦੀ ਗੋਦ ਦੇ ਵਿੱਚ ਜੁੜੇ ਹਾਂ ਔਰ ਮੇਰੀ ਸਨਿਮਰ ਬੇਨਤੀ ਹੈ, ਸਨਿਮਰ ਬੇਨਤੀ, ਏਡੀ ਤਗੜੀ ਭਾਵਨਾ ਨਾਲ ਗੁਰੂ ਪਿਤਾ ਜੀ ਦੀ ਗੋਦ ਵਿੱਚ ਬੈਠੋ। ਇਧਰ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦਾ ਪ੍ਰਕਾਸ਼ ਹੈ, ਸਾਰੇ ਪਿਤਾ ਜੀ ਦੇ ਕਰੋ ਦੀਦਾਰ ਔਰ ਏਡੀ ਭਾਵਨਾ ਨਾਲ ਬੈਠੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਆਪ ਹਾਜ਼ਰ ਨਾਜ਼ਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਚੌਂਕੜਾ ਮਾਰ ਕੇ ਬੈਠੇ ਹੋਏ ਨੇ। ਇੱਕ ਵਾਰੀ ਬੋਲੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਏਡੀ ਤਗੜੀ ਭਾਵਨਾ ਨਾਲ ਬੈਠੋ ਕਿ ਆਪ ਹਾਜ਼ਰ ਨਾਜ਼ਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਚੌਂਕੜਾ ਮਾਰ ਕੇ ਬੈਠੇ ਨੇ। ਫਿਰ ਕੀਰਤਨ ਕਰਨ ਦਾ ਵੀ ਰਸ ਆਏਗਾ, ਕੀਰਤਨ ਸੁਣਨ ਦਾ ਵੀ ਰਸ ਆਏਗਾ। ਮੈਂ ਗੱਲ ਦੀ ਸ਼ੁਰੂਆਤ ਕਰਾਂ, ਜਿਹੜੀਆਂ ਸੰਗਤਾਂ ਰੋਜ਼ਾਨਾ ਦੁਪਹਿਰੀ 3 ਤੋਂ 4 ਔਰ ਸਵੇਰੇ 10 ਤੋਂ 11 PTC ਸਿਮਰਨ ਦੇ ਰਾਹੀਂ ਦਾਸਾਂ ਦੇ ਕੀਰਤਨ ਨੂੰ ਸੁਣਦੀਆਂ ਨੇ, ਜਿਹੜੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਬਣੇ ਹੋਏ ਹੋ, ਤੁਹਾਨੂੰ ਪਤਾ ਹੈ ਹਰ ਕੀਰਤਨ ਦੀ ਸ਼ੁਰੂਆਤ ਵਿੱਚ ਮੈਂ 3-4 ਇਹੋ ਜਿਹੀਆਂ ਗੱਲਾਂ ਕਰਦਾ ਜਿਹਦੇ ਨਾਲ ਨਿਊ ਜਨਰੇਸ਼ਨ, ਜਿਹਦੇ ਨਾਲ ਨਵੀਂ ਪੀੜ੍ਹੀ ਗੁਰੂ ਚਰਨਾਂ ਨਾਲ ਹੋਰ ਜੁੜੇ। ਤੇ ਉਹ ਗੱਲਾਂ ਗੁਰਮਤ ਆਸ਼ੇ ਅਨੁਸਾਰ ਮੈਂ ਕਰਦਾ ਵਾਂ ਗੁਰੂ ਜੀ ਦੀ ਕਿਰਪਾ ਨਾਲ। ਤੇ ਇੱਥੇ ਵੀ ਮੈਂ 2-3 ਉਹ ਗੱਲਾਂ ਕਰਕੇ ਫਿਰ ਸ਼ਬਦ ਪੜ੍ਹਨਾ। ਮੇਰੀ ਬੇਨਤੀ, ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਸੰਗਤ ਦੀ ਗੱਜ ਕੇ ਆਵਾਜ਼ ਆਵੇ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵਾਹ ਵਾਹ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੀ ਸਾਡੀ ਪਰਿਵਾਰਕ ਮੀਟਿੰਗ ਦੀ ਇਹ ਪਹਿਲੀ ਗੱਲ ਹੈ, ਧਿਆਨ ਨਾਲ ਸੁਣਿਓ। ਕਲਗੀਧਰ ਬਾਪੂ ਜੀ ਦਾ ਨਾਮ, ਗੁਰੂ ਰਾਮਦਾਸ ਜੀ ਦਾ ਨਾਮ, ਗੁਰੂ ਨਾਨਕ ਜੀ ਦਾ ਨਾਮ ਅਸਲੀਅਤ ਦੇ ਵਿੱਚ ਇੱਕ ਬੜੀ ਵੱਡੀ ਭਾਵਨਾ ਹੈ, ਜਿਹਦਾ ਅਹਿਸਾਸ ਹਰ ਪਲ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਜਿਹੜੇ ਪਿਆਰਿਓ ਗੁਰੂ ਜੀ ਦੇ ਚਰਨਾਂ ਦੇ ਨਾਲ ਪ੍ਰੇਮ ਕਰਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਫਿਰ ਸੁਣ ਲਓ, ਪਿਤਾ ਜੀ ਦਾ ਨਾਮ ਇੱਕ ਇਹੋ ਜਿਹਾ ਅਹਿਸਾਸ ਹੈ, ਇੱਕ ਇਹੋ ਜਿਹੀ ਭਾਵਨਾ ਹੈ, ਇਹ ਉਹਨਾਂ ਨੂੰ ਮਹਿਸੂਸ ਹੁੰਦੀ ਇਹ ਚੀਜ਼ ਜਿਹੜੇ ਪਿਤਾ ਜੀ ਦੇ ਨਾਲ ਮੁਹੱਬਤ ਕਰਦੇ ਨੇ, ਪ੍ਰੇਮ ਕਰਦੇ ਨੇ। ਅੱਜ ਹੋਲਾ ਮਹੱਲਾ ਮਨਾਉਣ ਵਾਸਤੇ ਆਏ ਹਨ ਤੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹੋ, ਮਾਲਕ ਪਿਤਾ ਜੀ ਆਪ ਜੀ ਬਖਸ਼ਿਸ਼ ਦਾ ਖਾਤਾ ਖੋਲ ਕੇ ਇੱਕ ਨਾਮ ਦੇ ਰੰਗ ਦੀ ਪਿਚਕਾਰੀ ਸਾਡੇ ਸਾਰਿਆਂ ਦੇ ਉੱਤੇ ਪਾ ਦਿਓ। ਹਾਂਜੀ, ਤੁਹਾਡੇ ਘਰ ਕਿਹੜਾ ਘੱਟ ਹੈ? ਤੁਹਾਡੇ ਪ੍ਰੇਮ ਦੀ ਪਿਚਕਾਰੀ ਸਾਡੇ ਸਾਰਿਆਂ ਦੇ ਉੱਤੇ ਪੈ ਜੇ, ਤਾਂ ਜੋ ਤੁਹਾਡੀ ਹੋਂਦ ਸਾਨੂੰ ਸਾਰਿਆਂ ਨੂੰ ਮਹਿਸੂਸ ਹੋਵੇ। ਤੁਸੀਂ ਹੋ ਤੇ ਹਰ ਜਗ੍ਹਾ ਦੇ ਉੱਤੇ ਹੀ, ਹਰ ਜਗ੍ਹਾ ਦੇ ਉੱਤੇ, ਪਰ ਸਾਨੂੰ ਮਹਿਸੂਸ ਨਹੀਂ ਨਾ ਹੋ ਰਹੇ। ਸੱਚਾਈ ਹੈ ਨਾ, ਮਹਿਸੂਸ ਨਹੀਂ ਹੁੰਦੇ ਤਾਂ ਹੀ ਅਸੀਂ ਪਿਆਰਿਓ ਮਾੜੇ ਕਰਮ ਕਰਦੇ ਹਾਂ, ਤਾਂ ਹੀ ਹੇਰਾ ਫੇਰੀਆਂ ਕਰਦੇ ਹਾਂ, ਤਾਂ ਹੀ ਅਸੀਂ ਪਿਆਰਿਓ ਇੱਕ ਦੂਜੇ ਨਾਲ ਨਫ਼ਰਤ ਦੀਆਂ ਦੀਵਾਰਾਂ ਪਾ ਕੇ ਖੜੇ ਹਾਂ, ਸਾਨੂੰ ਉਹ ਮਹਿਸੂਸ ਨਹੀਂ ਹੁੰਦੇ। ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਬਾਪੂ ਜੀ ਨੂੰ ਕਹੋ, ਬਾਪੂ ਜੀ ਮੈਂ ਤੁਹਾਡੀ ਕਿਰਪਾ ਨਾਲ ਹੋਲਾ ਮਹੱਲਾ ਮਨਾਉਣ ਵਾਸਤੇ ਆਈ ਹਾਂ ਜਾਂ ਆਇਆ ਵਾਂ, ਕਿਰਪਾ ਦਾ ਖਾਤਾ ਖੋਲੋ
ਆਪਣੇ ਨਾਮ ਦੇ ਰੰਗ ਦੀ ਪਿਚਕਾਰੀ ਮੈਂ ਗਰੀਬ ਦੇ ਉੱਤੇ ਵੀ ਪਾ ਦਿਓ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ, ਇਸ ਤੋਂ ਬਾਅਦ ਫਿਰ ਮੈਂ ਸ਼ਬਦ ਪੜ੍ਹਨਾ। ਜਿਹੜਾ ਵਿਅਕਤੀ ਜੀਵਨ ਦੇ ਵਿੱਚ ਕਦੀ ਵੀ ਸੰਘਰਸ਼ ਨਹੀਂ ਨਾ ਕਰਦਾ, ਸੰਘਰਸ਼ ਦੇ ਨਾਲ ਜਿਹੜਾ ਪਰਿਚਿਤ ਹੈ ਹੀ ਨਹੀਂ, ਜਿਨੇ ਆਪਣੀ ਲਾਈਫ ਦੇ ਵਿੱਚ ਸਟਰਗਲ ਕੀਤਾ ਹੀ ਨਹੀਂ, ਇਤਿਹਾਸ ਗਵਾਹ ਹੈ ਕਦੀ ਵੀ ਉਹ ਬੰਦੇ ਦੀ ਚਰਚਾ ਨਹੀਂ ਹੁੰਦੀ। ਜਿਹੜਾ ਬੰਦਾ ਆਪਣੀ ਲਾਈਫ ਦੇ ਵਿੱਚ ਸੰਘਰਸ਼ ਨਹੀਂ ਕਰਦਾ, ਸਟਰਗਲ ਨਹੀਂ ਕਰਦਾ, ਇਤਿਹਾਸ ਗਵਾਹ ਹੈ ਕਦੀ ਵੀ ਇਹੋ ਜਿਹੇ ਬੰਦਿਆਂ ਦੀ ਕਿਤੇ ਚਰਚਾ ਨਹੀਂ ਹੁੰਦੀ। ਚਰਚਾ ਉਹਨਾਂ ਦੀ ਹੁੰਦੀ ਏ ਜਿਹੜੇ ਪਿਆਰਿਓ ਆਪਣੀ ਲਾਈਫ ਦੇ ਵਿੱਚ ਸੰਘਰਸ਼ ਕਰਦੇ ਨੇ। ਕਿਸੇ ਵੀ ਫੀਲਡ ਦੇ ਵਿੱਚ ਤੂੰ ਹੈ, ਕਿਸੇ ਵੀ ਫੀਲਡ ਦੇ ਵਿੱਚ ਸੰਘਰਸ਼ ਕਰ, ਵੱਧ ਤੋਂ ਵੱਧ ਉਹ ਗੁਣ ਨੂੰ ਆਪਣੇ ਅੰਦਰ ਵਧਾਉਣ ਦਾ ਯਤਨ ਕਰ। ਜਿਉਂ-ਜਿਉਂ ਆਪਣੇ ਅੰਦਰ ਉਹ ਗੁਣ ਨੂੰ ਵਧਾਉਣ ਦਾ ਯਤਨ ਕਰੇਗਾ, ਜਿਉਂ-ਜਿਉਂ ਸੰਘਰਸ਼ ਕਰੇਗਾ, ਤਿਉਂ-ਤਿਉਂ ਹੀ ਪਿਤਾ ਜੀ ਦੀ, ਗੁਰ ਪਰਮੇਸ਼ਰ ਸਾਈਂ ਦੀ ਖੁਸ਼ੀ ਵੀ ਤੇਰੀ ਝੋਲੀ 'ਚ ਪਏਗੀ ਔਰ ਦੁਨੀਆ ਵਿੱਚ ਤੇਰੀ ਚਰਚਾ ਵੀ ਵਧੇਗੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਹੈ ਜਿਹੜੇ ਸਟੇਜ ਤੇ ਬੈਠੇ ਗੁਰਮੁਖ, ਤੁਹਾਡੀ ਆਵਾਜ਼ ਥੋੜੀ ਜਿਹੀ ਘੱਟ ਆਵੇ, ਮੈਂ ਤੁਹਾਡੀ ਆਵਾਜ਼ ਸੁਣਨੀ। ਸੰਗਤ ਜੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ। ਹੋਰ ਲਾ ਦਿਓ ਜ਼ੋਰ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਆਵਾ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 174 ਅੰਗ ਦੇ ਉੱਤੇ ਦਰਜ। ਇਸ ਸ਼ਬਦ ਦੇ ਵਿੱਚੋਂ ਤੁਹਾਨੂੰ ਇਦਾਂ ਦੀ ਫੀਲਿੰਗ ਆਏਗੀ ਜਿਵੇਂ ਬਾਜਾਂ ਵਾਲੇ ਮਾਈ ਦੇ ਦੀਦਾਰ ਹੋ ਰਹੇ ਨੇ। ਸਾਰੀ ਸੰਗਤ ਪਿਆਰ ਦੇ ਵਿੱਚ ਇਹ ਸ਼ਬਦ ਗਾਇਓ। ਮੇਰੀ ਬੇਨਤੀ ਹੈ ਕੋਈ ਰਸਨਾ ਮੰਝੀ ਨਾ ਰਹੇ ਜੀ। ਵਾਹਿਗੁਰੂ। ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਬੋਲਿਓ ਜੀ। ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਜੀ ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ। ਫਿਰ ਬੋਲੋ, ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ। ਹਰ ਪ੍ਰਭ ਮੇਰਾ, ਜੋ ਜੀ ਜੀਓ, 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 ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ, ਜੋ ਜੀ ਮੇਰੇ ਗੋਵਿੰਦਾ, ਜੋ ਜੀ ਮੇਰੇ ਪਿਆਰਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਵਾਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਹਰਿ ਆਪੇ ਕਾਨ ਉਪਾਇੰਦਾ ਮੇਰੇ ਗੋਬਿੰਦਾ। ਪੜੋ। ਹਰਿ ਆਪੇ ਕਾਨ ਉਪਾਇੰਦਾ ਮੇਰੇ ਗੋਬਿੰਦਾ। ਹਰਿ ਆਪੇ ਗੋਪੀ ਖੋਜੀ ਜੀਓ। ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ। ਸਾਰੇ ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰੇ। ਸਾਰੇ ਲਾਓ ਹਾਜ਼ਰੀ। ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ। ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ। ਧੰਨ ਗੁਰੂ ਰਾਮਦਾਸ ਜੀ। ਸਾਰੇ ਆਖੋ ਧੰਨ ਬਾਬਾ। ਦੇਵ ਸਿੰਘ ਜੀ। ਹਰਿ ਆਪੇ ਸਭ ਕੱਟ ਭੋਗਦਾ ਮੇਰੇ ਗੋਬਿੰਦਾ। ਹਰਿ ਆਪੇ ਸਭ ਕੱਟ ਭੋਗਦਾ ਮੇਰੇ ਗੋਬਿੰਦਾ। ਆਪੇ ਰਸੀਆਂ ਭੋਗੀ ਜੀਓ। ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ। ਸਾਰੇ ਕਿਰਪਾ ਕਰੋ। ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰੇ। ਸਭ ਦੀ ਆਵਾਜ਼ ਆਵੇ। ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ। ਜੋ ਜੀ ਮੇਰੇ ਗੋਬਿੰਦਾ, ਜੋ ਜੀ ਮੇਰੇ ਪਿਆਰਿਆ। ਹਰ ਸੁਜਾਨ ਨ ਭੁੱਲੈ ਮੇਰੇ ਗੋਬਿੰਦਾ। ਹਰ ਸੁਜਾਨ ਨ ਭੁੱਲੈ ਮੇਰੇ ਗੋਬਿੰਦਾ। ਆਪੇ
सतगुर जोगी जियो, जो जी मेरे गोविंदा, जो जी मेरे प्यारे। सारे कृपा करो। जो जी मेरे गोविंदा, जो जी मेरे प्यारे। जी जो जी मेरे गोविंदा, जो जी मेरे प्यारे। जो जी मेरे गोविंदा, जो जी मेरे प्यारे। हर प्रभु मेरा जो जी जियो, हर प्रभु मेरा जो जी जियो, जो जी मेरे गोविंदा, जो जी मेरे प्यारे। 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 मेरे साहिबा तेरे चोज विडाणा। करोगे किरपा। मेरे बाद वीर बोलिओ तीजे हिस्से ਵਿੱਚ ਸਾਰੀਆਂ ਭੈਣਾਂ ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਗੱਜ ਕੇ। ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ, ਤੂੰ ਜਲ ਥਲ ਮਹੀਲ ਭਰਪੂਰ ਲੀਣਾ, ਤੂੰ ਆਪੇ ਸਰਬ ਸਮਾਣਾ। ਕਰਿਓ ਕਿਰਪਾ। जो जी मेरे गोविंदा, जो जी मेरे प्यारे। जो जी मेरे गोविंदा, गज के जो जी मेरे प्यारे। सारियां भैणां बोलो। जो जी बेनती अपनी अपनी वारी सर थोड़ा होर जोर लाओ। गज्जे हो तुसी पर थोड़ा होर गज्जो। जी जो जी मेरे गोविंदा, जो जी मेरे प्यारे। जो जी मेरे गोविंदा, जो जी मेरे प्यारे। सारियां भैणां। जो जी वाह वाह। जो जी मेरे गोविंदा, जो जी मेरे प्यारे। जो जी मेरे गोविंदा, बोलो जो जी मेरे प्यारे। भैणां मेरियां। जो जी में वाह। जी जो जी मेरे गोविंदा, जो जी मेरे प्यारे। जो जी मेरे गोविंदा, जो जी मेरे प्यारे। बोलो संगत जी। जो जी वाह। मेरे लाल जियो तेरा अंत ना जाना, तू जल थल मैयल भरपूर लीना, तू आपे सर्ब समाना। जो जी मेरे गोविंदा, मेरे साहिबा कौन जाने गुण तेरे, तै न जानी औगण मेरे। जी चोची मेरे गोविंदा, चोची मेरे प्यारे। चोची मेरे गोविंदा, चोची मेरे प्यारे।
बोलो गज के चौची। धन गुरु कलगियां वाले, धन गुरु बाजा वाले, धन गुरु कलगियां वाले, धन गुरु बाजा वाले, धन गुरु कलगियां वाले, धन गुरु बाजा वाले, धन गुरु कलगियां वाले, धन गुरु बाजा वाले। जो जी मेरे गोविंदा, जो जी मेरे प्यारिया प्यारिया प्यारिया, वड्डे मेरे साहिबा गैर गंभीरा गुणी गकीरा, कोई ना जाने तेरा के ताके वड चीरा, सब सुरती मिल सुरत कमाई, सब कीमत मिल कीमत पाई, ज्ञानी ध्यानी गुर गुर खाई, कहण न जाई तेरी तिल वटियाई जी चोजी, ओ चोजी बोलो चोजी गज के, चोजी गज के, चोजी फिर बोलो चोजी जी चोजी, ओ चोजी मेरे गोविंदा, चोजी मेरे प्यारे जोजी मेरे गोविंदा, जोजी मेरे प्यारे। संगत जी बोलो गज के चोजी। चोजी मेरे गोविंदा गोविंदा, चोजी मेरे प्यारे जी, चोजी मेरे गोविंदा, चोजी मेरे प्यारे जोजी मेरे गोविंदा, जोजी मेरे प्यारे। वाह वाह गुरु वाह, ਤੁਹਾਡੀ ਆਵਾਜ਼ ਗੁਰੂ ਵਾਹ 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 ਸਾਰੇ ਵਾਹ ਗੁਰੂ 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 ਵਾਹਿਗੁਰੂ 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 ਵਾਹਿ। ਅਜੇ ਸਾਰੇ ਨਹੀਂ ਬੋਲ ਰਹੇ। ਵਾਹਿਗੁਰੂ 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 ਵਾਹਿ। ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, बोलो जी चोजी मेरे गोविंदा, चोजी मेरे प्यारे। धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार नाल सारे आखो ना जी धन बाबा ਦੀਪ ਸਿੰਘ ਜੀ। ਬਿਰਤੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਜਾਓ, ਮੇਰੀ ਬੇਨਤੀ ਹੈ। ਐਡੀ ਭਾਵਨਾ ਨਾਲ ਬੈਠੋ ਕਿ ਅਸੀਂ ਇਸ ਵੇਲੇ ਯਮੁਨਾ ਨਗਰ ਇਸ ਅਸਥਾਨ ਤੇ ਨਹੀਂ, ਅਸੀਂ ਆਨੰਦਪੁਰ ਸਾਹਿਬ ਬਾਜਾਂ ਵਾਲੇ ਮਾਈ ਦੀ ਗੋਦ ਵਿੱਚ ਬੈਠੇ ਹੋਏ ਆ ਹਾਂਜੀ। ਔਰ ਮੈਂ ਸੱਚ ਕਹਿ ਰਿਹਾ, ਉਹਦੀ ਕਿਰਪਾ ਨਾਲ ਜਿਹੜਾ ਅਸੀਂ ਇਸ ਵੇਲੇ ਬੈਠੇ ਵੀ ਆ ਨਾ, ਜਿਹੜੇ ਮੈਂ ਲਫ਼ਜ਼ ਬੋਲੇ ਆ ਨਾ, ਉਹਦੀ ਕਿਰਪਾ ਸੱਚਾਈ ਹੈ, ਸੱਚਮੁੱਚ ਉਹਦੀ ਕਿਰਪਾ ਨਾਲ ਹੀ ਬੈਠੇ ਆ, ਉਹਦੀ ਕਿਰਪਾ ਤੋਂ ਬਿਨਾਂ ਨਹੀਂ। ਜਦੋਂ ਗੁਰਮੁਖਾਂ ਨੇ ਪ੍ਰੋਗਰਾਮ ਉਲੀਕਿਆ, ਕਿੰਨਿਆਂ ਤੱਕ ਇਹ ਸੁਣਿਆ ਪਹੁੰਚਿਆ ਹੋਏਗਾ। ਤਕਰੀਬਨ ਸਭ ਨੂੰ ਪਤਾ ਹੁੰਦਾ ਹੈ
ਇਹ ਸਾਲਾਨਾ ਸਮਾਗਮ ਹੈ। ਬੜਿਆਂ ਨੇ ਬੋਰਡ ਵੇਖੇ, ਹੋ ਸਕਦਾ ਬੋਰਡ ਵੇਖ ਕੇ ਇਗਨੋਰ ਕਰ ਦਿੱਤਾ ਹੋਵੇ, ਚੱਲ ਕੋਈ ਨਹੀਂ, ਕੀ ਫਰਕ ਪੈਣਾ, ਨਹੀਂ ਵੀ ਗਏ ਤੇ ਕੀ ਫਰਕ ਪੈ ਜਾਣਾ। ਹੋ ਸਕਦਾ ਕਈ ਇਹੋ ਜਿਹੇ ਵੀ ਹੋਣ ਜਿਨ੍ਹਾਂ ਨੇ ਆਉਣ ਦੀ ਸਾਰੀ ਤਿਆਰੀ ਕੀਤੀ ਹੋਵੇ ਕਿ ਅਸੀਂ ਸਮਾਗਮ ਤੇ ਜਾਣਾ ਹੈ, ਪਰ ਸਿਹਤ ਢਿੱਲੀ ਹੋ ਗਈ, ਨਹੀਂ ਆ ਸਕੇ। ਤੇ ਹੋ ਸਕਦਾ ਕਈ ਇਹੋ ਜਿਹੇ ਵੀ ਹੋਣ ਜਿਨ੍ਹਾਂ ਦਾ ਪਹਿਲੇ ਆਉਣ ਦਾ ਪ੍ਰੋਗਰਾਮ ਹੀ ਕੋਈ ਨਹੀਂ ਸੀ, ਅਚਾਨਕ ਪ੍ਰੋਗਰਾਮ ਬਣ ਗਿਆ। ਕਈ ਇਹੋ ਜਿਹੇ ਵੀ ਹੋਣਗੇ। ਮੈਸੇਜ ਕਈਆਂ ਤੱਕ ਪਹੁੰਚਿਆ, ਹਜ਼ਾਰਾਂ ਲੱਖਾਂ ਤੱਕ, ਪਰ ਸਾਰੇ ਨਹੀਂ ਆਏ। ਇੱਕ ਮੇਰੀ ਬੇਨਤੀ ਹੈ, ਮੇਰਾ ਨਿੱਜੀ ਵਿਸ਼ਵਾਸ ਹੈ, ਮੈਸੇਜ ਗੁਰਮੁਖਾਂ ਨੇ ਸਭ ਤੱਕ ਪਹੁੰਚਾਇਆ, ਪਰ ਸਾਰੇ ਨਹੀਂ ਆਏ। ਇੱਥੇ ਤੇ ਆਇਆ ਉਹ ਏ ਜਿਹਨੂੰ ਬਾਜਾਂ ਵਾਲਾ ਮਾਈ ਆਪ ਲੈ ਕੇ ਆਇਆ ਹੈ। ਇੱਥੇ ਤੇ ਉਹ ਆਇਆ ਜਿਹਨੂੰ ਆਪ ਚੋਜੀ ਪ੍ਰੀਤਮ ਲੈ ਕੇ ਆਏ ਨੇ। ਤੇ ਤੁਸੀਂ ਸਿਆਣੇ ਹੋ, ਜਿਹਨੂੰ ਘਰ ਦੇ ਵਿੱਚ ਸਪੈਸ਼ਲੀ ਬੁਲਾਇਆ ਜਾਵੇ ਨਾ, ਉਹਨੂੰ ਜਦੋਂ ਬੰਦਾ ਤੋਰਦਾ ਹੈ ਨਾ, ਖਾਲੀ ਹੱਥ ਨਹੀਂ ਤੋਰਦਾ, ਤੋਰਨ ਲੱਗਿਆਂ ਕੁਝ ਨਾ ਕੁਝ ਸੌਗਾਤ ਦੇ ਕੇ ਹੀ ਤੋਰਦਾ ਹੈ। ਜੇ ਮੰਨ ਲਓ ਕੋਈ ਰਿਸ਼ਤੇਦਾਰ ਆਇਆ, ਉਹਨੂੰ ਕੱਪੜੇ ਦੇ ਕੇ ਬੰਦਾ ਤੋਰਦਾ ਹੈ, ਮਾਇਆ ਦੇ ਕੇ ਤੋਰਦਾ ਹੈ। ਕੋਈ ਕੀਰਤਨੀਆ ਆਇਆ, ਉਹਦਾ ਉਹਨਾਂ ਸਤਿਕਾਰ, ਜਿਹਨੂੰ ਵੀ ਬੁਲਾਇਆ ਹੋਵੇ ਉਹਨੂੰ ਸਤਿਕਾਰ ਦੇ ਕੇ ਬੰਦਾ ਤੋਰਦਾ ਹੈ। ਤੇ ਅੱਜ ਬਾਜਾਂ ਵਾਲੇ ਮਾਈ ਨੇ ਸਾਨੂੰ ਸਾਰਿਆਂ ਨੂੰ ਬੁਲਾਇਆ ਹੈ। ਤੇ ਯਕੀਨ ਰੱਖਿਓ, ਜਦੋਂ ਬਾਜਾਂ ਵਾਲੇ ਬਾਪੂ ਨੇ ਸਾਨੂੰ ਇੱਥੋਂ ਤੋਰਨਾ ਹੈ ਨਾ, ਖਾਲੀ ਹੱਥ ਨਹੀਂ ਤੋਰਨਾ, ਸਾਡੀ ਝੋਲੀ ਦੇ ਵਿੱਚ ਆਪਣੀ ਕੋਈ ਨਾ ਕੋਈ ਬਖਸ਼ਿਸ਼ ਪਾ ਕੇ ਹੀ ਤੋਰਨਾ ਹੈ। ਕੋਈ ਨਾ ਕੋਈ ਉਹਨਾਂ ਨੇ ਰਹਿਮਤ ਪਾ ਕੇ ਹੀ ਤੋਰਨਾ। ਬਸ ਐਡੀ ਤਗੜੀ ਭਾਵਨਾ ਨਾਲ ਮੇਰੀ ਬੇਨਤੀ ਜੇ ਬੈਠੇ ਹੋ ਜੀ, ਆਪ ਰੱਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ, ਇਹਦੇ ਵਿੱਚ ਸ਼ੰਕੇ ਵਾਲੀ ਗੱਲ ਹੈ ਹੀ ਕੋਈ ਨਹੀਂ। ਕਈ ਤੇ ਇਹ ਗੱਲ ਨੂੰ ਲੈ ਕੇ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰਖੈ। ਕਿ ਗੁਰੂ ਜੀ ਨੂੰ ਰੱਬ ਨਹੀਂ ਕਹਿਣਾ ਚਾਹੀਦਾ, ਕਿਉਂਕਿ ਗੁਰੂ ਜੀ ਨੇ ਕਿਹਾ ਸਾਨੂੰ ਜਿਹੜਾ ਰੱਬ ਕਹੇਗਾ ਉਹ ਨਰਕਾਂ 'ਚ ਜਾਏਗਾ। ਪਰ ਤੁਸੀਂ ਸਿਆਣੇ ਹੋ, ਉਹੋ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਜਗ੍ਹਾ ਤੇ ਕਹਿੰਦੇ, ਇਹ ਬਿਦ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਏ ਗਇਓ, ਕਿ ਮੇਰੇ ਵਿੱਚ ਤੇ ਪਰਮੇਸ਼ਰ 'ਚ ਫਰਕ ਹੀ ਕੋਈ ਨਹੀਂ। ਦੱਸੋ ਫਿਰ ਕਿਹੜੀ ਗੱਲ ਮੰਨੋਗੇ? ਇੱਕ ਜਗ੍ਹਾ ਕਹਿ ਰਹੇ ਮੇਰੇ 'ਚ ਪਰਮੇਸ਼ਰ 'ਚ ਫਰਕ ਕੋਈ ਨਹੀਂ, ਇੱਕ ਜਗ੍ਹਾ ਕਹਿ ਰਹੇ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਨਰਕਾਂ 'ਚ ਜਾਏਗਾ। ਅਸਲੀਅਤ ਦੇ ਵਿੱਚ ਇਹ ਮਹਾਂਪੁਰਖਾਂ ਦੇ ਬਚਨ ਨੇ। ਕਹਿੰਦੇ ਜਿਹੜਾ ਮਹਾਰਾਜ ਕਹਿ ਰਹੇ ਨਾ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰਖੈ, ਇਹ ਮਹਾਰਾਜ ਦੀ ਆਪਣੀ ਨਿਮਰਤਾ ਹੈ। ਨਿਮਰਤਾ, ਨਿਮਾਣਾਪਨ। ਹੁਣ ਗੁਰੂ ਨਾਨਕ ਸਾਹਿਬ ਨੇ ਆਪਣੇ ਨਾਮ ਦੇ ਅੱਗੇ ਕਈ ਥਾਵਾਂ ਤੇ ਭੂਤਨਾ ਲਫ਼ਜ਼ ਵਰਤਿਆ, ਕਿਤੇ ਬੇਤਾਲਾ ਕਿਹਾ, ਕਿਤੇ ਆਪਣੇ ਆਪ ਨੂੰ ਹਰਾਮਖੋਰ ਕਿਹਾ, ਕਿਤੇ ਨੀਚ ਕਿਹਾ, ਕਿਤੇ ਕੂਕਰ ਕਿਹਾ। ਅਸੀਂ ਥੋੜੀ ਕਹਿ ਸਕਦੇ ਮਹਾਰਾਜ ਨੂੰ, ਇਹ ਤੇ ਮਹਾਰਾਜ ਦਾ ਨਿਮਾਣਾਪਨ ਹੈ। ਇਸੇ ਤਰ੍ਹਾਂ ਇਹ ਸਤਿਗੁਰਾਂ ਦੀ ਨਿਮਰਤਾ ਹੈ ਕਿ ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰਖੈ। ਮਹਾਰਾਜ ਕਹਿੰਦੇ ਸਾਨੂੰ ਪਰਮੇਸ਼ਰ ਨਾਲ ਕੋਈ ਨਿਮਾਣਾਪਨ ਹੈ, ਮਹਾਰਾਜ ਨੇ ਦਿਖਾਇਆ। ਤੇ ਇਹ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਬਚਨ ਨੇ। ਕਹਿੰਦੇ ਡਟ ਡਟ ਕੇ ਗੁਰੂ ਗੋਬਿੰਦ ਸਿੰਘ ਨੂੰ ਪਰਮੇਸ਼ਰ ਕਹਿਣਾ ਹੈ। ਭਾਈ ਨੰਦ ਲਾਲ ਜੀ ਦੱਸੋ ਨਰਕਾਂ 'ਚ ਗਏ ਹੋਣਗੇ ਜਿਨ੍ਹਾਂ ਨੇ ਕਿਹਾ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਦੱਸੋ ਪੀਰ ਬੁੱਧੂ ਸ਼ਾਹ ਜੀ ਨਰਕਾਂ 'ਚ ਗਏ ਹੋਣਗੇ ਜਿਨ੍ਹਾਂ ਨੇ ਰੱਬ ਵਰਗੀ ਭਾਵਨਾ ਬਣਾਈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉੱਤੇ। ਇਹ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਅਸਲੀਅਤ ਵਿੱਚ ਮਹਾਰਾਜ ਨੇ ਕਿ ਲਕੀਰ ਖਿੱਚੀ, ਲਕੀਰ ਵੇਖਦੇ ਆ ਨਰਕਾਂ ਦੇ ਡਰ ਤੋਂ ਕਿਹੜਾ ਸਾਨੂੰ ਪਰਮੇਸ਼ਰ ਕਹਿਣ ਤੋਂ ਪਿੱਛੇ ਹਟਦਾ ਹੈ। ਤੇ ਮਹਾਂਪੁਰਖਾਂ ਦਾ ਬਚਨ ਹੈ, ਕਹਿੰਦੇ ਅਵਲ ਤੇ ਗੁਰੂ ਦਾ ਸਿੱਖ ਨਰਕਾਂ 'ਚ ਜਾਂਦਾ ਨਹੀਂ। ਚਲੋ ਜੇ ਕਿਸੇ ਮਾੜੇ ਕਰਮ ਦੇ ਕਰਕੇ ਸਿੱਖ ਮੰਨ ਲਓ ਨਰਕਾਂ 'ਚ ਚਲਿਆ ਹੀ ਗਿਆ, ਕਹਿੰਦੇ ਸਿੱਖ ਨਰਕਾਂ 'ਚ ਜਾ ਕੇ ਵੀ ਇੰਨੀ ਗੱਲ ਕਹਿ ਦੇਗਾ ਨਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਇੰਨੀ ਗੱਲ ਕਹਿਣ ਦੀ ਦੇਰ ਉੱਥੇ ਹੀ ਸਾਰੇ ਦੇ ਸਾਰੇ ਨਰਕ ਠੰਡੇ ਪੈ ਜਾਣਗੇ। ਸਤਿ ਸ੍ਰੀ ਅਕਾਲ। ਮਹਾਰਾਜ ਗੁਰੂ
गुरु गोबिंद सिंह जी नूं डट डट के रब कहना है, परमेश्वर कहना है। बाणी कह रही नानक सोधे सिमरत बेद, पार ब्रह्म गुर नाही भेद। गुरु विच ते परमेश्वर विच फर्क है ही कोई नहीं भाई। बिरती लै जाओ जिहड़ी मैं गल करन लगा सां आनंदपुर साहिब दी धरती ते। आहा हा, ਉਹ ਧਰਤੀ ਜਿਸ ਧਰਤੀ ਤੇ ਤਕਰੀਬਨ ਬਾਜਾਂ ਵਾਲੇ ਮਾਈ ਨੇ 29 ਸਾਲ ਦਾ ਸਮਾਂ ਬਤੀਤ ਕੀਤਾ। ਉਹ ਧਰਤੀ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਮੁੱਲ ਖਰੀਦਿਆ। ਪਹਿਲਾ ਨਾਮ ਮੱਖੋਵਾਲ ਸੀ, ਉਹ ਦੈਂਤ ਸੀ, ਕਿਸੇ ਨੂੰ ਉੱਥੇ ਟਿਕਣ ਨਹੀਂ ਸੀ ਦਿੰਦਾ। ਫਿਰ ਮਹਾਰਾਜ ਨੇ ਧਰਤੀ ਖਰੀਦੀ, ਨਾਮ ਰੱਖਿਆ ਚੱਕ ਨਾਨਕੀ। ਤੇ ਜਦੋਂ ਚੋਜੀ ਪ੍ਰੀਤਮ ਉੱਥੇ ਆਏ ਨਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ। ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਗੋਬਿੰਦ ਰਾਏ ਸੀ ਉਦੋਂ। ਤੇ ਜਦੋਂ ਮਹਾਰਾਜ ਜੀਆਂ ਨੇ ਇਤਿਹਾਸ ਦੇ ਪੰਨਿਆਂ ਤੇ ਲਿਖਿਆ, ਆਨੰਦ ਸਾਹਿਬ ਜੀ ਦੀ ਬਾਣੀ ਪਿਆਰ ਵਿੱਚ ਸੰਗਤਾਂ ਨੂੰ ਸਰਵਣ ਕਰਾਈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆਨੰਦ ਬੜਾ ਆਇਆ। ਇਸ ਇਲਾਕੇ ਦਾ, ਇਸ ਧਰਤੀ ਦਾ ਨਾਮ ਹੁਣ ਚੱਕ ਨਾਨਕੀ ਨਹੀਂ, ਇਹਦਾ ਨਾਮ ਆਨੰਦਪੁਰ ਸਾਹਿਬ ਏ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਉਹੋ ਹੀ ਧਰਤੀ ਆਨੰਦਪੁਰ ਸਾਹਿਬ ਦੀ, ਜਿਸ ਧਰਤੀ ਦੇ ਉੱਤੇ ਪਿਆਰਿਓ ਬੜੇ ਵੱਡੇ ਵੱਡੇ ਰਾਜਨੀਤਿਕ ਫੈਸਲੇ ਹੋਏ ਨੇ। ਇਹ ਉਹੋ ਹੀ ਧਰਤੀ ਹੈ ਆਨੰਦਪੁਰ ਸਾਹਿਬ ਦੀ ਸਤਸੰਗੀਓ, ਜਿਸ ਧਰਤੀ ਦੇ ਉੱਤੇ ਜੇ ਮੈਂ ਇਦਾਂ ਕਹਿਣਾ, ਰੈੱਡ ਕਰਾਸ ਦੇ ਬਾਨੀ ਭਾਈ ਕਨ੍ਹਈਆ ਜੀ, ਆਹਾ ਹਾ, ਇਹ ਉਹ ਧਰਤੀ ਦੀ ਦੇਣ ਨੇ ਨਾ। ਇਹ ਉਹ ਧਰਤੀ ਆਨੰਦਪੁਰ ਸਾਹਿਬ ਦੀ ਜਿਨਨੇ ਸਾਨੂੰ ਸਮਦ੍ਰਿਸ਼ਟੀ ਸਿਖਾਈ ਹੈ। ਸਮਦ੍ਰਿਸ਼ਟੀ, ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਉਹ ਧਰਤੀ ਆਨੰਦਪੁਰ ਸਾਹਿਬ ਦੀ ਜਿਸ ਧਰਤੀ ਨੇ ਸਾਨੂੰ ਸਮਦ੍ਰਿਸ਼ਟੀ ਦਿੱਤੀ। ਇਹ ਉਹ ਧਰਤੀ ਹੈ ਜਿਸ ਧਰਤੀ ਨੇ ਮਜਲੂਮਾਂ ਦੀ ਬਾਹ ਨੂੰ ਫੜਿਆ। ਆਨੰਦਪੁਰ ਸਾਹਿਬ ਦੀ ਉਹ ਧਰਤੀ ਜਿਸ ਧਰਤੀ ਨੇ ਬੜੀਆਂ ਵੱਡੀਆਂ ਵੱਡੀਆਂ ਦੇਣਾ ਸਿੱਖ ਪੰਥ ਨੂੰ ਦਿੱਤੀਆਂ, ਪਹਿਲੇ ਵੀ ਤੇ ਹੁਣ ਵੀ ਉਹ ਧਰਤੀ ਦੇ ਰਹੀ ਹੈ। ਉਹ ਧਰਤੀ, ਆਓ ਚਲੀਏ ਆਨੰਦਪੁਰ ਸਾਹਿਬ ਦੀ ਧਰਤੀ ਤੇ ਯਾਤਰਾ ਕਰੀਏ ਸੁਰਤੀ ਨਾਲ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੁਰਤੀ ਲੈ ਜਾਓ ਉੱਥੇ। ਹਾਂਜੀ, ਆਨੰਦਪੁਰ ਸਾਹਿਬ ਦੀ ਧਰਤੀ ਤੇ। ਆਹਾ ਹਾ, ਇਹ ਉਹ ਧਰਤੀ ਏ ਜਿਸ ਧਰਤੀ ਦੇ ਉੱਤੇ ਪਿਆਰਿਓ ਸਤਿਗੁਰਾਂ ਨੇ ਸਾਨੂੰ ਅਣਖ ਦੇ ਨਾਲ ਜੀਵਨ ਜਿਉਣ ਦੀ ਜਾਚ ਸਿਖਾਈ ਹੈ। ਓਹੋ ਹੋ, ਉਹ ਧਰਤੀ ਆਨੰਦਪੁਰ ਸਾਹਿਬ ਦੀ, ਉਹ ਧਰਤੀ ਜਿਸ ਧਰਤੀ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਉਹ ਧਰਤੀ ਤੇ ਉਸ ਧਰਤੀ ਤੇ ਨਾ ਮਹਾਰਾਜ ਪਤਾ ਕੀ ਕਰਦੇ ਸੀ? ਚੋਜ ਹੋਲਗੜ੍ਹ ਦਾ ਕਿਲਾ ਹੈ, ਉੱਥੇ ਮਹਾਰਾਜ ਨਾ ਦੋ ਟੀਮਾਂ ਬਣਾ ਲੈਂਦੇ ਸੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਇੱਕ ਟੀਮ ਨੂੰ ਹੋਲਗੜ੍ਹ ਦੇ ਕਿਲੇ ਦੇ ਅੰਦਰ ਕਬਜ਼ਾ ਦੇ ਦੇਣਾ, ਤੇ ਇੱਕ ਨੂੰ ਕਹਿਣਾ ਬਈ ਤੁਸੀਂ ਜੰਗ ਕਰਕੇ ਇਹਨਾਂ ਕੋਲੋਂ ਕਬਜ਼ਾ ਛਡਾਉਣਾ ਹੈ। ਨਕਲੀ ਜੰਗ ਕਰਾਉਂਦੇ ਸੀ ਮਹਾਰਾਜ ਇਦਾਂ। ਤੇ ਜਿਹੜੀ ਟੀਮ ਜੰਗ ਦੇ ਵਿੱਚ ਜਿੱਤਦੀ ਸੀ ਨਾ, ਤੇ ਮਹਾਰਾਜ ਉਹਨਾਂ ਨੂੰ ਫਿਰ ਖੁਸ਼ੀਆਂ ਦਿੰਦੇ ਸੀ, ਇਨਾਮ ਦਿੰਦੇ ਸੀ, ਬਖਸ਼ਿਸ਼ਾਂ ਦਿੰਦੇ ਸੀ। ਹੋਲਗੜ੍ਹ ਦੇ ਕਿਲੇ ਦੇ ਉੱਤੇ ਇਦਾਂ ਹੱਲਾ ਬੋਲਣਾ। ਹੱਲੇ ਦਾ ਮਤਲਬ ਹੁੰਦਾ ਹਮਲਾ, ਤੇ ਮਹੱਲਾ ਜਿਸ ਜਗ੍ਹਾ ਦੇ ਉੱਤੇ ਹਮਲਾ ਕੀਤਾ ਜਾਵੇ ਉਹ ਜਗ੍ਹਾ। ਉਸ ਜਗ੍ਹਾ ਦੇ ਉੱਤੇ ਮਹਾਰਾਜ ਜੀਆਂ ਨੇ ਇਹ ਹੋਲੇ ਮਹੱਲੇ ਦੀ ਪ੍ਰਥਾ ਸ਼ੁਰੂ ਕੀਤੀ। ਤੇ ਇੱਥੋਂ ਤੱਕ ਬਚਨ ਕੀਤਾ, ਲੋਕਾਂ ਦੀਆਂ ਹੋਲੀਆਂ ਨੇ, ਲੋਕ ਹੋਲੀਆਂ ਖੇਡਦੇ ਨੇ ਕੱਚੇ ਰੰਗਾਂ ਦੇ ਨਾਲ, ਪਰ ਮੇਰਾ ਖਾਲਸਾ ਕੱਚੇ ਰੰਗਾਂ ਦੇ ਨਾਲ ਹੋਲੀਆਂ ਨਹੀਂ ਖੇਡੇਗਾ। ਮੇਰਾ ਖਾਲਸਾ ਪਿਆਰਿਓ ਨਾਮ ਦੇ ਰੰਗ ਦੇ ਨਾਲ ਹੋਲੀ ਖੇਡੇਗਾ। ਇਹੋ ਜਿਹੇ ਨਾਮ ਦੇ ਰੰਗ ਦੇ ਨਾਲ ਹੋਲੀ ਖੇਡੇਗਾ। ਜਿਹੜੇ ਦੁਨਿਆਵੀ ਰੰਗ ਨੇ ਉਹ ਕੁਝ ਸਮੇਂ ਬਾਅਦ ਉਤਰ ਜਾਂਦੇ ਨੇ, ਪਰ ਜਿਹੜਾ ਰੰਗ ਮੇਰਾ ਖਾਲਸਾ ਆਪਣੇ ਉੱਪਰ ਚੜਾਏਗਾ ਉਹ ਰੰਗ ਮਰਨ ਤੋਂ ਬਾਅਦ ਵੀ ਕਦੀ ਉਤਰੇਗਾ ਨਹੀਂ। ਸਤਿ ਸ੍ਰੀ ਅਕਾਲ। ਨਾਮ ਦਾ ਰੰਗ ਜਿਹੜਾ ਖਾਲਸਾ ਆਪਣੇ ਉੱਪਰ ਚੜਾਉਂਦਾ ਹੈ ਨਾ, ਉਹ ਫਿਰ ਮਰਨ ਤੋਂ ਬਾਅਦ ਵੀ ਉਤਰਦਾ ਨਹੀਂ। ਇਹ ਮੇਰੇ ਸਤਿਗੁਰਾਂ ਨੇ ਉੱਥੇ ਫਿਰ ਇੱਕ ਹੋਲੇ ਮਹੱਲੇ ਦੀ ਇਹ ਪ੍ਰਥਾ ਸ਼ੁਰੂ ਕੀਤੀ, ਹੋਲੇ ਮਹੱਲੇ ਦੀ। ਤੇ ਅੱਜ ਸਾਰੇ ਅਸੀਂ ਪਿਤਾ ਜੀ ਦੀ ਗੋਦ ਦੇ ਵਿੱਚ ਆਏ ਆ। ਮੇਰੀ ਸਨਿਮਰ ਬੇਨਤੀ ਏ, ਅੱਜ ਅਰਦਾਸ ਕਰਿਓ, ਮਾਲਕ ਜੀ ਸਾਡੇ ਵੀ ਔਗਣਾਂ ਦੇ ਉੱਤੇ ਹੱਲਾ ਲਾ ਦਿਓ। ਅੱਜ ਹੱਲਾ
ਸਾਨੂੰ ਵਿਕਾਰ ਬੜੇ ਤੰਗ ਕਰਦੇ ਨੇ, ਸਾਨੂੰ ਅੰਮ੍ਰਿਤ ਵੇਲੇ ਉੱਠਣ ਤੋਂ ਆਲਸ ਬੜਾ ਤੰਗ ਕਰਦੀ ਹੈ, ਸਾਨੂੰ ਮਹਾਰਾਜ ਜੀ ਨਿੰਦਿਆ ਚੁਗਲੀ ਆ ਚੀਜ਼ਾਂ ਬੜੀਆਂ ਤੰਗ ਕਰਦੀਆਂ ਨੇ। ਕਿਰਪਾ ਦਾ ਖਾਤਾ ਖੋਲੋ, ਸਾਡੇ ਵੀ ਅੱਜ ਔਗਣਾ ਦੇ ਉੱਤੇ ਹੱਲਾ ਲਾ ਦਿਓ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਔਰ ਸੱਚਾਈ ਏ, ਜਦੋਂ ਪਿਆਰ ਦੇ ਵਿੱਚ ਨਿਮਰਤਾ ਦੇ ਨਾਲ ਤੁਸੀਂ ਅਰਦਾਸ ਬੇਨਤੀ ਕਰੋਗੇ ਨਾ, ਫਿਰ ਸਤਿਗੁਰੂ ਬਖਸ਼ਿਸ਼ਾਂ ਦਾ ਖਾਤਾ ਖੋਲਣਗੇ ਹੀ ਖੋਲਣਗੇ। ਅੱਜ ਹੋਲੇ ਮਹੱਲੇ ਦੇ ਅਫਸਰ ਤੇ ਆ ਮੰਗਣਾ ਹੈ, ਮਹਾਰਾਜ ਸਾਡੇ ਵੀ ਔਗਣਾ ਤੇ ਹੱਲਾ ਲਾ ਦਿਓ, ਤੁਸੀਂ ਵੱਡੇ ਹੋ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਸਾਰੇ ਬੋਲੋ ਨਾ ਜੀ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ। ਮਹਾਰਾਜ ਸਭ ਕੁਝ ਹੈ ਤੁਹਾਡੇ ਘਰ, ਕਿਸੇ ਦੇ ਘਰ ਬਹੁਤ ਕੁਝ ਤੇ ਹੋ ਸਕਦਾ ਹੈ, ਪਰ ਸਭ ਕੁਝ ਹੈ ਕੇਵਲ ਤੇ ਕੇਵਲ ਆਪ ਜੀਆਂ ਦੇ ਘਰ ਦੇ ਵਿੱਚ। ਤੇ ਕਿਰਪਾ ਕਰੋ ਸਾਡੇ ਵੀ ਔਗਣਾ ਤੇ ਅੱਜ ਹੱਲਾ ਲਾ ਦਿਓ, ਹੱਲਾ। ਔਰ ਜਦੋਂ ਅਸੀਂ ਨਿਮਰਤਾ ਵਿੱਚ ਅਰਦਾਸ ਕਰਾਂਗੇ ਨਾ, ਸਤਿਗੁਰੂ ਸਾਡੀ ਅਰਦਾਸ ਨੂੰ ਸੁਣਨਗੇ ਨਹੀਂ, ਸਾਡੀ ਅਰਦਾਸ ਨੂੰ ਮੰਨ ਲੈਣਗੇ। ਸੁਣਨ ਵਿੱਚ ਤੇ ਮੰਨਣ ਵਿੱਚ ਬੜਾ ਫਰਕ ਹੁੰਦਾ ਹੈ। ਇਹ ਬਾਬਾ ਨੰਦ ਸਿੰਘ ਜੀ ਦਾ ਬਚਨ ਹੈ, ਕਹਿੰਦੇ ਮੇਰਾ ਬਾਜਾਂ ਵਾਲਾ ਮਾਈ ਸੁਣਦਾ ਸਾਰਿਆਂ ਦੀ ਏ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦੀ, ਪਰ ਮੰਨਦਾ ਸਾਰਿਆਂ ਦੀ ਨਹੀਂ। ਮੰਨਦਾ ਤੇ ਉਹਦੀ ਏ ਜਿਹਦੀ ਸਤਿਗੁਰਾਂ ਨੂੰ ਭਾ ਜਾਂਦੀ ਏ। ਤੇ ਭਾਉਂਦੀ ਪਤਾ ਕਿਹਦੀ ਏ? ਮਾਲਕ ਜੀ ਨੂੰ, ਜਿਹੜਾ ਨਿਮਰਤਾ ਵਿੱਚ ਅਰਦਾਸ ਕਰਦਾ। ਇਹ ਮੇਰੀ ਬੇਨਤੀ ਹੈ, ਅੱਜ ਨਿਮਾਣੇ ਬਣ ਕੇ ਪਿਤਾ ਜੀ ਅੱਗੇ ਜੋਦੜੀ ਕਰਿਓ। ਪਿਤਾ ਜੀ ਤੁਸੀਂ ਅੱਜ ਦੇ ਦਿਨ ਸਾਨੂੰ ਹੋਲੇ ਮਹੱਲੇ ਦੀ ਜੋ ਕਿਰਪਾ ਕੀਤੀ ਏ, ਬਖਸ਼ਿਸ਼ ਕੀਤੀ ਏ, ਤੇ ਅੱਜ ਇਹ ਵੀ ਬਖਸ਼ਿਸ਼ ਕਰ ਦਿਓ ਜਿੱਥੇ ਬਾਹਰੀ ਤੌਰ ਤੇ ਸਾਨੂੰ ਚੜ੍ਹਦੀ ਕਲਾ ਵਿੱਚ ਤੁਸੀਂ ਰਹਿਣਾ ਸਿਖਾਇਆ ਹੈ ਨਾ, ਉੱਥੇ ਅੱਜ ਇਹ ਕਿਰਪਾ ਕਰ ਦਿਓ ਅੰਦਰੂਨੀ ਚੜ੍ਹਦੀ ਕਲਾ ਵੀ ਬਖਸ਼ ਦਿਓ। ਤੇ ਅੰਦਰੂਨੀ ਚੜ੍ਹਦੀ ਕਲਾ ਹੋਏਗੀ ਉਦੋਂ ਜਦੋਂ ਅਸੀਂ ਨਾਮ ਨਾਲ ਜੁੜਾਂਗੇ, ਬਾਣੀ ਨਾਲ ਜੁੜਾਂਗੇ, ਬਾਣੇ ਨਾਲ ਜੁੜਾਂਗੇ, ਅੰਮ੍ਰਿਤ ਵੇਲੇ ਨਾਲ ਜੁੜਾਂਗੇ, ਸੇਵਾ ਨਾਲ ਜੁੜਾਂਗੇ, ਸਿਮਰਨ ਨਾਲ ਜੁੜਾਂਗੇ। ਉਹ ਤੋਂ ਬਿਨਾਂ ਨਹੀਂ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਿਰਤੀ ਉੱਥੇ ਹੀ ਰੱਖਿਓ ਅਨੰਦਪੁਰ ਸਾਹਿਬ ਦੀ ਧਰਤੀ ਤੇ। ਵੇਖੋ ਪਿਆਰਿਓ, ਮੈਂ ਕੁਦਰਤੀ ਸੋਚ ਕੇ ਕੁਝ ਹੋਰ ਬੈਠਾ ਸਾਂ, ਪਰ ਮੇਰੀਆਂ ਅੱਖੀਆਂ ਦੇ ਸਾਹਮਣੇ ਨਾ ਨਜ਼ਾਰਾ ਕੁਝ ਹੋਰ ਬਣਦਾ ਜਾ ਰਿਹਾ। ਮੈਨੂੰ ਇਉਂ ਲੱਗ ਰਿਹਾ ਜਿਵੇਂ ਪਿਤਾ ਜੀ ਨੇ ਪਤਾ ਨਹੀਂ ਕਿਹਦਾ ਭਲਾ ਕਰਾਉਣਾ ਹੈ। ਕਿਉਂਕਿ ਜਦੋਂ ਮੈਂ ਕੀਰਤਨ ਤੇ ਬਹਿਨਾ, ਇੰਨੀ ਗੱਲ ਜ਼ਰੂਰ ਕਹੀ ਦੀ, ਬਾਪੂ ਜੀ ਬਹਿਣ ਲੱਗੇ ਆ, ਲੋਕਾਂ ਨੂੰ ਚਿਹਰਾ ਤੇ ਭਾਵੇਂ ਗਰੀਬਾਂ ਦਾ ਨਜ਼ਰ ਆਉਣਾ, ਪਰ ਬਖਸ਼ਿਸ਼ਾਂ ਤੁਸੀਂ ਹੀ ਵਰਤਾਉਣੀਆਂ ਨੇ। ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਗੱਲ ਨਹੀਂ ਬਣਨੀ। ਤੇ ਮੈਨੂੰ ਸਤਿਗੁਰੂ ਤੋਰਨ ਕਿਸੇ ਹੋਰ ਪਾਸੇ ਲੱਗ ਪਏ ਨੇ। ਸੋਚਿਆ ਤੇ ਮੈਂ ਕੁਝ ਹੋਰ ਸੀ। ਮੈਂ ਗੱਲ ਜਿਹੜੀ ਕਰ ਰਿਹਾ ਸਾਂ ਕਿ ਜਿਹੜੀ ਭਾਵਨਾ ਨਾਲ ਬੈਠੋਗੇ ਨਾ, ਸਤਿਗੁਰੂ ਝੋਲੀਆਂ ਭਰਨਗੇ ਹੀ ਭਰਨਗੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਮੈਂ ਇਸ਼ਾਰੇ ਜੇ ਦੇਣੇ ਨੇ ਬਸ। ਇੱਕ ਪਤੀ ਤੇ ਪਤਨੀ ਹੋਏ ਨੇ, ਭਾਈ ਸੰਤੋਖਾ ਤੇ ਬੀਬੀ ਭਿੱਖਾਂ। ਘਰ ਦੇ ਵਿੱਚ ਗਰੀਬੀ ਬੜੀ, ਵਿਆਹ ਨੂੰ ਵੀ ਬੜੇ ਸਾਲ ਬੀਤ ਗਏ, ਔਲਾਦ ਨਹੀਂ ਹੋਈ। ਤੇ ਜਿਹੜੀ ਭਾਈ ਸੰਤੋਖੇ ਦੀ ਘਰ ਵਾਲੀ ਹੈ ਨਾ, ਬੀਬੀ ਭਿੱਖਾਂ, ਉਹਦੀ ਅੱਖਾਂ ਦੀ ਜੋਤ ਵੀ ਨਹੀਂ ਸੀ। ਬੜੀਆਂ ਥਾਵਾਂ ਤੇ ਗਏ ਪਰ ਕਿਧਰੋਂ ਵੀ ਝੋਲੀ ਨਾ ਭਰੀ। ਤੇ ਇੱਕ ਦਿਨ ਕਿਸੇ ਨੇ ਸ਼ੌਹ ਦੱਸੀ ਬਾਜਾਂ ਵਾਲੇ ਮਾਈ ਦੀ, ਤੇ ਆਏ ਅਨੰਦਪੁਰ ਸਾਹਿਬ। ਅਜੇ ਸਤਿਗੁਰਾਂ ਦੇ ਦੀਦਾਰ ਨਹੀਂ ਹੋਏ। ਸੁਣਿਓ, ਸਾਹਿਬ ਦੇ ਦਰਸ਼ਨ ਨਹੀਂ ਹੋਏ। ਸਤਿਗੁਰਾਂ ਦੇ ਦਰ ਦੇ ਉੱਤੇ ਸੇਵਾ ਕਰਨ ਵਾਲਾ ਇੱਕ ਰੰਗਿਆ ਹੋਇਆ ਗੁਰਸਿੱਖ ਮਿਲ ਗਿਆ। ਉਹਨੂੰ ਬੇਨਤੀ ਕੀਤੀ, ਭਾਈ ਇਦਾਂ ਵਿਆਹ ਨੂੰ ਬੜੇ ਸਾਲ ਹੋ ਗਏ, ਔਲਾਦ ਨਹੀਂ, ਘਰ 'ਚ ਗਰੀਬੀ ਵੀ ਹੈ, ਮੇਰੀ ਘਰ ਵਾਲੀ ਦੀ ਅੱਖਾਂ ਦੀ ਜੋਤ ਵੀ ਨਹੀਂ, ਬੜੀਆਂ ਥਾਵਾਂ ਤੋਂ ਹੋ ਕੇ ਆਏ ਬਾਜਾਂ ਵਾਲੇ ਮਾਈ ਦੇ ਦਰ ਤੇ, ਕੋਈ ਢੰਗ ਦੱਸ ਖਾਲੀ ਨਾ ਮੁੜੀਏ। ਤੇ ਉਹਨੇ ਪਤਾ ਕੀ ਕਿਹਾ? ਕਹਿੰਦਾ ਮਹਾਰਾਜ ਪੂਰੇ ਨੇ, ਇਹਦੇ ਵਿੱਚ ਸ਼ੰਕੇ ਵਾਲੀ ਗੱਲ ਨਹੀਂ ਕੋਈ। ਹੋ ਸਕਦਾ ਤੁਹਾਡੀ ਬੇਨਤੀ ਸੁਣ ਕੇ ਉਸੇ ਵੇਲੇ ਝੋਲੀਆਂ ਭਰ ਦੇਣ, ਹੋ ਸਕਦਾ ਤੁਹਾਡੀ ਬੇਨਤੀ ਸੁਣ ਕੇ ਮਹਾਰਾਜ ਚੁੱਪ ਰਹਿਣ, ਕੁਝ ਬੋਲਣ ਹੀ ਨਾ, ਤੇ ਹੋ ਸਕਦਾ ਅਗਾਂਹ ਦੀ ਲੰਬੀ ਤਰੀਕ ਪਾ ਦੇਣ। ਉਹ ਕਹਿੰਦਾ ਫਿਰ ਢੰਗ ਦੱਸ ਕੀ ਕਰੀਏ? ਕਹਿੰਦੇ ਇੱਕ ਕੰਮ ਕਰ ਲਓ, ਗੁਰੂ ਦੇ ਲੰਗਰਾਂ ਵਿੱਚ ਚਲੇ ਜਾਓ ਤੇ ਲੰਗਰ ਵਿੱਚ ਜਾ ਕੇ ਸੰਗਤ ਦੀ ਸੇਵਾ ਸ਼ੁਰੂ ਕਰ ਦਿਓ। ਤੇ ਸੇਵਾ ਤੋਂ ਪ੍ਰਸੰਨ ਹੋ ਕੇ ਜਿਸ ਦਿਨ ਬਾਜਾਂ ਵਾਲਾ ਕਹੇਗਾ ਨਾ ਕੁਝ ਮੰਗੋ, ਜਦੋਂ ਆਪਣੇ ਮੂੰਹੋਂ ਸਾਹਿਬ ਕਹਿਣਗੇ ਮੰਗਣ ਵਾਸਤੇ, ਫਿਰ ਜਦੋਂ ਉਸ ਸਮੇਂ ਬੇਨਤੀ ਕਰੋਗੇ ਖਾਲੀ ਨਹੀਂ ਮੁੜੋਗੇ। ਵੇਖੋ ਇੱਕ ਜੁੜੇ ਹੋਏ ਨੇ, ਜੋੜਤਾ।
ਕਈ ਕਹਿੰਦੇ ਆ ਨਾ ਜੀ ਮਹਾਂਪੁਰਖਾਂ ਦੀ ਸੰਗਤ ਕਿਉਂ ਕਰਨੀ ਚਾਹੀਦੀ, ਉਹ ਇਸ ਵਾਸਤੇ ਕਰਨੀ ਚਾਹੀਦੀ ਹੈ ਸੰਗਤ ਮਹਾਂਪੁਰਖਾਂ ਦੀ, ਕਿਉਂਕਿ ਉਹ ਜੁੜੇ ਨੇ ਤੇ ਜੁੜਿਆਂ ਨੇ ਫਿਰ ਗੁਰੂ ਦੇ ਨਾਲ ਹੀ ਜੋੜਨਾ ਹੈ। ਇਹ ਸੱਚ ਕਹਿ ਰਹੇ ਆ, ਜਦ ਤੱਕ ਜੀਵਨ ਵਿੱਚ ਰੰਗੇ ਹੋਏ ਮਹਾਂਪੁਰਖ ਦੀ ਸੰਗਤ ਨਹੀਂ ਹੋਏਗੀ ਨਾ, ਉਦੋਂ ਤੱਕ ਬੰਦੇ ਦੇ ਅੰਦਰ ਨਿਰਵੈਰਤਾ ਆ ਹੀ ਨਹੀਂ ਸਕਦੀ, ਉਦੋਂ ਤੱਕ ਬੰਦੇ ਦੇ ਅੰਦਰ ਨਿਮਰਤਾ ਆ ਹੀ ਨਹੀਂ ਸਕਦੀ, ਉਦੋਂ ਤੱਕ ਤੇਰ ਮੇਰ ਦੀਆਂ ਦੀਵਾਰਾਂ ਨਿਕਲ ਹੀ ਨਹੀਂ ਸਕਦੀਆਂ। ਇੱਕ ਮਹਾਂਪੁਰਖ ਦੀ ਸੰਗਤ ਸਿਖਾਏਗੀ ਕਿ ਮੇਰ ਤੇਰ ਦੀ ਦੀਵਾਰ ਨੂੰ ਕਿਵੇਂ ਢਾਉਣਾ ਹੈ। ਇੱਕ ਮਹਾਂਪੁਰਖ ਦੀ ਸੰਗਤ ਸਿਖਾਏਗੀ ਨਿਮਰਤਾ ਵਾਲਾ ਜੀਵਨ ਕਿਵੇਂ ਬਤੀਤ ਕਰਨਾ ਹੈ। ਇੱਕ ਮਹਾਂਪੁਰਖ ਦੀ ਸੰਗਤ ਸਿਖਾਏਗੀ ਮਾਣ ਵਡਿਆਈ ਲੈਣ ਦੀ ਚੀਜ਼ ਨਹੀਂ, ਮਾਣ ਦੂਜਿਆਂ ਨੂੰ ਦੇਣ ਦੀ ਚੀਜ਼ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਨਹੀਂ ਤੇ ਸੱਚਾਈ ਏ, ਕਈ ਵਾਰੀ ਗੁਰੂ ਘਰ ਦੇ ਵਿੱਚ ਅਸੀਂ ਥੋੜੀ ਸੇਵਾ ਕੀਤੀ ਹੋਵੇ ਨਾ, ਕਿਤੇ ਸਟੇਜ ਸਕੱਤਰ ਸਾਡਾ ਨਾਮ ਲੈਣਾ ਭੁੱਲ ਜੇ, ਕਿੰਨੇ ਕਿੰਨੇ ਅਸੀਂ ਝਗੜੇ ਖੜੇ ਕਰ ਦਿੰਦੇ ਆ, ਮੇਰਾ ਨਾਮ ਨਹੀਂ ਬੋਲਿਆ, ਮੈਨੂੰ ਸਰੋਪਾ ਨਹੀਂ ਪਾਇਆ। ਪਰ ਇੱਕ ਮਹਾਂਪੁਰਖ ਦੀ ਸੰਗਤ ਸਿਖਾਏਗੀ ਕਿ ਮਾਣ ਲੈਣ ਦੀ ਨਹੀਂ, ਮਾਣ ਦੂਜਿਆਂ ਨੂੰ ਦੇਣ ਦੀ ਚੀਜ਼ ਹੈ। ਜਦੋਂ ਤੈਨੂੰ ਦੂਜਿਆਂ ਨੂੰ ਮਾਣ ਦੇਣਾ ਆ ਜਾਏਗਾ ਨਾ, ਗੁਰੂ ਰਾਮਦਾਸ ਤੈਨੂੰ ਆਪੇ ਮਾਣ ਦਿਵਾਉਣਗੇ। ਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ ਹੈ। ਤਾਂ ਕਰਕੇ ਮਹਾਂਪੁਰਖਾਂ ਦੀ ਸੰਗਤ ਕਰਨੀ, ਕਿਉਂਕਿ ਮਹਾਂਪੁਰਖਾਂ ਦੀ ਸੰਗਤ ਵਿੱਚ ਜਦੋਂ ਬੰਦਾ ਬਹਿੰਦਾ ਹੈ ਨਾ, ਇੱਕ ਵਾਰੀ ਵਾਹਿਗੁਰੂ ਕਹਿੰਦਾ ਤੇ 1000 ਵਾਰੀ ਹੋਰ ਕਹਿਣ ਨੂੰ ਚਿੱਤ ਕਰਦਾ ਹੈ। ਆਹਾ, ਮੇਰਾ ਚਿੱਤ ਕਰ ਪਿਆ, ਜੇ ਕਰੋਗੇ ਕਿਰਪਾ ਖਾਤਾ ਖਿਲਾ ਲਓ। ਮੇਰੇ ਤੋਂ ਬਾਅਦ ਵੀਰ, ਤੀਜੇ ਹਿੱਸੇ 'ਚ ਭੈਣਾ, ਬਾਪੂ ਜੀ ਅੱਗੇ ਖਾਤਾ ਖਿਲਾ ਲਓ। ਵੱਡਾ ਮਾਲਕ ਬੈਠਾ ਜੇ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਕਲਗੀਆਂ ਵਾਲਾ ਚੌਂਕੜਾ ਮਾਰ ਕੇ, ਤੇ ਬਾਪੂ ਜੀ ਨੂੰ ਕਹੋ, ਬਾਪੂ ਜੀ ਅੱਜ ਹੋਲੇ ਮਹੱਲੇ ਤੇ ਸਾਨੂੰ ਨਾਮ ਜਪਣ ਵਾਲਿਆਂ ਦੀ ਸੰਗਤ ਵੀ ਬਖਸ਼ ਦਿਓ, ਗੱਜ ਕੇ ਕਿਰਪਾ ਕਰਿਓ। ਮੇਰੇ ਤੋਂ ਬਾਅਦ ਵੀਰ, ਫਿਰ ਭੈਣਾ, ਇੱਕ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਗੱਜ ਕੇ। ਸਈ ਪਿਆਰੇ ਮੇਲ, ਸਈ ਪਿਆਰੇ ਮੇਲ, ਸਈ ਪਿਆਰੇ ਮੇਲ, ਸਈ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ। ਭੈਣਾਂ ਬੋਲੋ ਸਹੀ, ਫਿਰ ਬੋਲੋ ਭੈਣਾਂ ਸਹੀ, ਜੀ ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ। ਸਾਰੀ ਸੰਗਤ ਗੱਜ ਕੇ ਸਹੀ, ਵਾਹ, ਫਿਰ ਮੰਗੋ ਸਹੀ, ਜਿੰਨਾ ਮਿਲਿਆ, 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 ਜਿੰਨਾ ਮਿਲਿਆ। ਬੋਲੋ ਜਿੰਨਾ ਮਿਲਿਆ, ਵਾਹ, ਤੇਰਾ ਨਾਮ ਚਿਤ ਆਵੇ, ਤੇਰਾ ਨਾਮ ਚਿਤ ਆਵੇ, ਤੇਰਾ ਨਾਮ ਚਿਤ ਆਵੇ, ਤੇਰਾ ਨਾਮ ਚਿਤ। ਬੋਲੋ ਗੱਜ ਕੇ ਤੇਰਾ ਨਾਮ, ਦਾਤਾ ਜੀ ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ। ਬੋਲੋ ਗੱਜ ਕੇ ਸਹੀ, ਗੁਰ ਸਿੱਖਾਂ ਕੀ ਘਰ ਤੂੜਦੇ, हम पापी पीगत पाए, सही प्यारे मेल, और जिनके चोले रतड़े प्यारे, जिनके चोले रतड़े प्यारे, जिनके चोले रतड़े प्यारे, गज के जिनके चोले रतड़े संगत बोले, जिनके चोले
कीजे मिल जी, ढूंढत ना कीजे मिल जी, ढूंढत ना कीजे मिल जी। कहो नानक की अरदास, कहो नानक की अरदास, नानक की अरदास, कहो नानक की अरदास। जिसे प्यारे मेल, से प्यारे मेल, सही प्यारे मेल, सही प्यारे सारी संगत बोलो सही। वाह, ਹੁਣ ਕਰਿਓ ਕਿਰਪਾ ਮੇਰੇ ਬਾਅਦ ਨਾ ਵੀਰ, ਸਾਜਾਂ ਨੂੰ ਮੈਂ ਨਰਮ ਕਰਾ ਕੇ ਤੁਹਾਡੀ ਆਵਾਜ਼ ਸੁਣਨੀ ਜੇ, ਤੇ ਤੀਜੇ ਖੱਸੇ 'ਚ ਭੈਣਾ ਗੱਜ ਕੇ ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਬੋਲੋ ਵੀਰੋ ਸਹੀ। प्यारे मेल, ਵਾਹ, सही प्यारे मेल, ਸਾਰੇ ਵੀਰ ਗੱਜ ਕੇ सही प्यारे मेल, सही प्यारे मेल। ਸਾਰੀਆਂ ਭੈਣਾਂ ਸਹੀ। ਵਾਹ, ਫਿਰ ਬੋਲੋ ਸਹੀ। ਵਾਹਿਗੁਰੂ 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 ਸਾਰੇ ਵਾਹਿਗੁਰੂ 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 ਗੱਜੋ ਵਾਹਿਗੁਰੂ 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 ਸਹੀ ਪਿਆਰੇ ਮੇਲ, ਸਹੀ ਪਿਆਰੇ ਮੇਲ, ਬੋਲੋ ਜੀ ਸਹੀ ਪਿਆਰੇ मेल, सही प्यारे। ਸਾਰੀਆਂ ਭੈਣਾਂ ਗੱਜ ਕੇ ਬੋਲੋ ਸਹੀ। ਇਹ ਰੋਜ਼ਾਨਾ ਅਰਦਾਸ ਕਰਿਆ ਕਰੋ, ਦਾਤਿਆ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ नाम चित्या। ਇਹ ਰੋਜ਼ਾਨਾ ਜ਼ੋਰ ਲਾ ਦਿਆ ਕਰੋ, ਜ਼ੋਰ ਕਿ ਦਾਤੇ ਇਹੋ ਜੇ ਪਿਆਰਿਆਂ ਦਾ ਮੇਲ ਕਰਾ, ਜਿਨ੍ਹਾਂ ਨੂੰ ਮਿਲੀਏ ਤੇ ਸਾਡੀ ਹਉਮੈ ਲੱਥੇ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਉੱਥੇ ਲੈ ਉਬਰਤੀ। ਇਹ ਦੋਵੇਂ ਜਾਣਿਆਂ ਨੂੰ ਅਜੇ ਮਾਲਕ ਪਿਤਾ ਜੀ ਦੇ ਦਦਾਰ ਨਹੀਂ ਹੋਏ, ਭਾਈ ਸੰਤੋਖੇ ਨੂੰ, ਬੀਬੀ ਭਿੱਖਾਂ ਨੂੰ ਗੁਰੂ ਜੀ ਦੇ ਦਰ ਦੇ ਉੱਤੇ ਸੇਵਾ ਕਰਨ ਵਾਲਾ ਰੰਗਿਆ ਗੁਰਸਿੱਖ ਮਿਲ ਗਿਆ। ਉਹਨੇ ਜੁਗਤ ਦੇਤੀ, ਜੁੜੇ ਨੇ ਜੋੜਤਾ ਕਿ ਬਈ ਤੁਸੀਂ ਲੰਗਰ ਦੇ ਵਿੱਚ ਦੋਵੇਂ ਜੀ ਚਲੇ ਜਾਓ, ਸੇਵਾ ਕਰੋ ਸੰਗਤ ਦੀ, ਤੇ ਜਦੋਂ ਸੰਗਤ ਦੀ ਸੇਵਾ ਤੇ ਪ੍ਰਸੰਨ ਹੋ ਕੇ ਬਾਜਾਂ ਵਾਲਾ ਮਾਈ ਆਪ ਆਵਾਜ਼ ਮਾਰੇਗਾ ਨਾ, ਕੁਝ ਮੰਗੋ, ਉਸ ਵੇਲੇ ਜਦੋਂ ਬੇਨਤੀ ਕਰੋਗੇ ਖਾਲੀ ਨਹੀਂ ਮੁੜੋਗੇ। ਜੱਚ ਗਈ ਗੱਲ। ਹੁਣ ਦੋਵੇਂ ਜਾਣੇ ਚਲੇ ਗਏ ਜੀ ਲੰਗਰ ਦੇ ਵਿੱਚ। ਹੁਣ ਬੀਬੀ ਭਿੱਖਾਂ ਨੂੰ ਜਿੱਥੇ ਬਿਠਾਲ ਦਿੰਦਾ ਇਹਦਾ ਘਰ ਵਾਲਾ, ਉਹ ਉੱਥੇ ਬਹਿ ਕੇ ਸੰਗਤ ਦੇ ਜੂਠੇ ਬਰਤਨ ਮਾਂਜਦੀ ਹੈ, ਕਿਤੇ ਪੋਚਾ ਦਿੰਦੀ। ਅੱਖੋਂ ਤੇ ਦੀਦਾ ਨਹੀਂ ਸੀ, ਉਹਨੂੰ ਨਜ਼ਰ ਨਹੀਂ ਸੀ ਆਉਂਦਾ, ਪਰ ਭਾਈ ਸੰਤੋਖਾ ਭੱਜ ਭੱਜ ਕੇ ਸੰਗਤ ਦੀ ਸੇਵਾ ਕਰਦਾ, ਭੱਜ ਭੱਜ ਕੇ। ਹੁਣ ਮੰਨ ਲਓ ਕਿਸੇ ਦੇ
ਕੋਲ ਪ੍ਰਸ਼ਾਦਾ ਆ ਗਿਆ, ਦਾਲ ਨਹੀਂ ਆਈ, ਜਾਂ ਤੇ ਦਾਲ ਲਿਆ ਕੇ ਉਹਨੂੰ ਦੇ ਦਿੰਦਾ, ਤੇ ਜਾਂ ਦਾਲ ਵਾਲੇ ਨੂੰ ਆਵਾਜ਼ ਮਾਰਦਾ ਵੀ ਇਧਰਲੀ ਪੰਗਤ 'ਚ ਇਦਾਂ ਦਾਲ ਵਰਤਾਓ। ਭੱਜ ਭੱਜ ਕੇ ਸੰਗਤ ਦੀ ਸੇਵਾ। ਦੂਜਾ ਮਨ ਮਾਰ ਕੇ ਸੇਵਾ ਪਤਾ ਕੀ ਹੁੰਦੀ? ਇਹ ਨਹੀਂ ਸੰਗਤ ਵਿੱਚ ਕੌਣ ਬੈਠਾ ਹੈ, ਕੌਣ ਆਇਆ, ਕੌਣ ਗਿਆ, ਨਹੀਂ, ਹਰੇਕ ਦੇ ਅੰਦਰੋਂ ਬਾਜਾਂ ਵਾਲੇ ਮਾਈ ਦੇ ਦੀਦਾਰ ਕਰਨੇ। ਇਹ ਹੈ ਮਨ ਮਾਰ ਕੇ ਸੇਵਾ। ਤੇਰ ਮੇਰ ਦੀ ਦੀਵਾਰ ਨੂੰ ਢਾ ਕੇ ਸਮ ਦ੍ਰਿਸ਼ਟੀ ਨਾਲ ਸੇਵਾ। ਵਾਹਿਗੁਰੂ ਵਾਹਿਗੁਰੂ ਕਰਦਿਆਂ ਸੇਵਾ ਕਰਦਾ, ਭੱਜ ਭੱਜ ਕੇ ਸੇਵਾ ਕਰਦਾ, ਮਨ ਮਾਰ ਕੇ ਸੇਵਾ ਕਰਦਾ ਭਾਈ ਸੰਤੋਖਾ। ਤੇ ਸੰਗਤਾਂ ਬੜੀਆਂ ਪ੍ਰਸੰਨ ਹੁੰਦੀਆਂ, ਬੜੀਆਂ ਖੁਸ਼ ਹੁੰਦੀਆਂ, ਬੜੀਆਂ ਸੀਸਾਂ ਦਿੰਦੀਆਂ। ਤੇ ਸੰਗਤਾਂ ਨਾ ਰੋਜ਼ਾਨਾ ਜਾ ਕੇ ਬਾਜਾਂ ਵਾਲੇ ਮਾਈ ਨੂੰ ਨਾ ਐਪਲੀਕੇਸ਼ਨ ਲਾਉਂਦੀਆਂ ਇਹਨਾਂ ਦੋਨਾਂ ਜੀਆਂ ਦੀ। ਮਹਾਰਾਜ ਪਤੀ ਤੇ ਪਤਨੀ ਨੇ ਭਾਈ ਸੰਤੋਖਾ ਬੀਬੀ ਭਿੱਖਾਂ ਬੜੀ ਸੇਵਾ ਕਰਦੇ ਸੰਗਤ ਦੀ, ਆਪ ਜੀ ਕਿਰਪਾ ਕਰੋ ਉਹਨਾਂ ਦੀ ਸੇਵਾ ਨੂੰ ਥਾਂ ਪਾਓ। ਤੇ ਮਹਾਰਾਜ ਨਾਲ ਮੁਸਕਰਾ ਕੇ ਸਮਾਂ ਲੰਘਾ ਦਿੰਦੇ। ਇਹ ਤੇ ਸਾਹਿਬ ਨੂੰ ਪਤਾ ਹੈ ਨਾ ਕਿਹਨੂੰ ਕਿਹੜੇ ਵੇਲੇ ਕਿਹੜੀ ਸ਼ੈ ਦੇਣੀ। ਕਾਫੀ ਸਮਾਂ ਬੀਤ ਗਿਆ, ਜਦੋਂ ਮਹਾਰਾਜ ਨੇ ਵੇਖਿਆ ਨਾ ਇਹਨਾਂ ਦਾ ਜਿਹੜਾ ਪੁੰਨਾਂ ਦਾ ਸੂਰਜ ਸਿਖਰ ਤੇ ਚੜ ਗਿਆ, ਕਮਾਈ ਵੱਧ ਗਈ ਹੈ, ਸੰਗਤ ਦੀਆਂ ਸੀਸਾਂ ਇਹਨਾਂ ਨੇ ਬੜੀਆਂ ਪ੍ਰਾਪਤ ਕਰ ਲਈਆਂ। ਤੇ ਆ ਗਏ ਅੱਜ ਮੌਜ ਵਿੱਚ ਬੁਲਾ ਲਿਆ। ਮੈਂ ਗੱਲ ਛੋਟੀ ਕਰਾਂ, ਧਿਆਨ ਦੇਣਾ। ਬੁਲਾਇਆ ਤੇ ਮਹਾਰਾਜ ਪਤਾ ਕੀ ਕਹਿੰਦੇ? ਕਹਿੰਦੇ ਭਾਈ ਸੰਤੋਖਿਆ, ਉਹ ਬੀਬੀ ਭਿੱਖਾਂ, ਤੁਸੀਂ ਸੰਗਤ ਨੂੰ ਖੁਸ਼ ਕੀਤਾ, ਸੰਗਤ ਦੀ ਸੇਵਾ ਕੀਤੀ, ਜਿਹਦੇ ਉੱਤੇ ਸੰਗਤ ਪ੍ਰਸੰਨ, ਉਹਦੇ ਉੱਤੇ ਗੁਰੂ ਨਾਨਕ ਪ੍ਰਸੰਨ ਨੇ। ਅੱਜ ਗੁਰੂ ਨਾਨਕ ਦਾ ਘਰ ਤੁਹਾਡੇ ਤੇ ਤਰੁੱਠਿਆ, ਕੁਝ ਮੰਗ ਲਓ। ਉਹ ਦਿਨ ਆ ਗਿਆ ਜਿਹਨੂੰ ਉਡੀਕਦੇ ਸੀ। ਤੇ ਇਹਨੇ ਹੱਥ ਜੋੜੇ ਨਿਮਰਤਾ ਵਿੱਚ। ਤੇ ਪਤਾ ਕੀ ਕਹਿੰਦਾ? ਕਹਿਣ ਲੱਗਾ, ਮਹਾਰਾਜ ਜੇ ਕਿਰਪਾ ਕਰੋ ਮੇਰੀ ਜਗ੍ਹਾ ਮੇਰੀ ਘਰ ਵਾਲੀ ਮੰਗ ਲੈ। ਮਹਾਰਾਜ ਹੁਣ ਮੌਜ 'ਚ ਬੈਠੇ, ਪਤਾ ਕੀ ਕਹਿੰਦੇ? ਕਹਿੰਦੇ ਸੰਤੋਖਿਆ ਇੱਕ ਗੱਲ ਸੁਣ, ਜੇ ਤੇ ਮੰਗਣਾ ਤੂੰ ਇੱਕ ਵਾਰ ਨਹੀਂ, ਜਿੰਨੀ ਵਾਰੀ ਮਰਜ਼ੀ ਜੋ ਕੁਝ ਮਰਜ਼ੀ ਮੰਗ ਲੈ, ਤੇਰੇ ਲਈ ਬੂਹੇ ਖੁੱਲੇ ਨੇ। ਪਰ ਜੇ ਤੂੰ ਕਹਿਣਾ ਨਾ ਤੇਰੀ ਜਗ੍ਹਾ ਤੇਰੀ ਘਰ ਵਾਲੀ ਮੰਗੇ, ਫਿਰ ਸਾਡੀ ਵੀ ਇੱਕ ਸ਼ਰਤ ਹੈ, ਤੂੰ ਜਿੰਨੀ ਵਾਰੀ ਮਰਜ਼ੀ ਜੋ ਮਰਜ਼ੀ ਮੰਗ ਸਕਦਾ ਹੈ, ਪਰ ਜੇ ਤੇਰੀ ਘਰ ਵਾਲੀ ਨੇ ਮੰਗਣਾ ਹੈ ਨਾ, ਇੱਕੋ ਵਾਰੀ ਮੰਗਣ ਦੇਣੇ, ਦੁਬਾਰਾ ਨਹੀਂ ਮੰਗਣ ਦੇਣਾ ਆਪਾਂ। ਤੇ ਆਪਣੀ ਘਰ ਵਾਲੀ ਦੇ ਨਾ ਕੰਨ ਦੇ ਕੋਲ ਮੁੱਖ ਲੈ ਜਾ ਕੇ ਕਹਿੰਦਾ, ਭਾਗਾਂ ਵਾਲੀ ਇਹ ਗੱਲ ਸੁਣ ਲਈ, ਮੇਰੇ ਲਈ ਮਹਾਰਾਜ ਨੇ ਬੂਹੇ ਖੋਲ ਦਿੱਤੇ ਨੇ, ਤੇਰੇ ਲਈ ਸ਼ਰਤ ਰੱਖੀ ਏ, ਇੱਕੋ ਵਾਰੀ ਮੰਗਣਾ। ਦੱਸ ਕੀ ਕਰਨਾ? ਉਹ ਕਹਿੰਦੀ ਜੋ ਮਰਜ਼ੀ ਹੋਵੇ, ਮੰਗਣਾ ਤੇ ਮੈਂ ਹੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਹੁਣ ਭਾਈ ਸੰਤੋਖਾ ਵੀ ਨਾ ਇਉਂ ਕਹਿ ਲਓ ਥੋੜਾ ਜਿਹਾ ਘਰ ਦੀ ਤੋਂ ਡਰਦਾ ਸੀ, ਹੈ ਜੀ। ਹੁਣ ਇਹ ਆਪਣੇ ਮਨ 'ਚ ਸੋਚਦਾ ਹੈ, ਜੇ ਮੈਂ ਆਹ ਚੀਜ਼ ਮੰਗ ਲਈ, ਇਹਨੇ ਘਰ ਜਾ ਕੇ ਡਾਂਗ ਸੋਟਾ ਖੜਕਾ ਦੇਣਾ, ਆਹ ਕਿਉਂ ਨਹੀਂ ਮੰਗਿਆ, ਹੈ ਜੀ। ਕਿਉਂਕਿ ਸਚਾਈ ਏ, ਪਰਮੇਸ਼ਰ ਦੀ ਲੀਲਾ ਹੈ, ਦੋਵੇਂ ਪਹੀਏ ਬਰਾਬਰ ਦੇ ਨਾ ਬੜੇ ਘੱਟ ਲਾਉਂਦਾ ਹੈ। ਇੱਕ ਜੀ ਗੁਰੂ ਘਰ ਵੱਲ ਜਾਂਦਾ ਹੈ, ਦੂਜਾ ਜੀ ਕਈ ਵਾਰੀ ਜਾਣ ਹੀ ਨਹੀਂ ਦਿੰਦਾ, ਰੁਕਾਵਟ ਪਾਉਂਦਾ ਹੈ। ਇੱਕ ਟਰੈਕਟਰ ਦਾ ਪਹੀਆ ਲਾਇਆ ਹੁੰਦਾ, ਦੂਜਾ ਨਿੱਕਾ ਜਿਹਾ ਸਾਈਕਲ ਦਾ ਲਾ ਦਿੰਦਾ। ਕਹਦੇ ਵਾਹਿਗੁਰੂ ਜੀ, ਹੈ ਸਚਾਈ ਏ। ਤੇ ਜਿੱਥੇ ਦੋਵੇਂ ਪਹੀਏ ਬਰਾਬਰ ਵੇਖੋ ਨਾ ਕਿ ਦੋਵੇਂ ਜੀ ਗੁਰੂ ਘਰ ਨਾਲ ਜੁੜੇ ਹੋਏ ਨੇ, ਸਮਝ ਲਿਆ ਕਰੋ ਇਹਨਾਂ ਦੀ ਪਿਛਲੀ ਕਮਾਈ ਬੜੀ ਏ। ਹੁਣ ਉਹ ਜਦੋਂ ਭਾਈ ਸੰਤੋਖਾ ਘਰ ਵਾਲੀ ਨੂੰ ਕਹਿੰਦਾ, ਦੱਸ ਕਰਨਾ ਕਿਉਂ? ਕਹਿੰਦੀ ਜੋ ਮਰਜ਼ੀ ਹੋਵੇ, ਮੰਗਣਾ ਮੈਂ ਹੀ। ਮਰਜ਼ੀ ਕਹਿੰਦੀ ਮੈਂ ਹੀ ਮੰਗਣਾ। ਭਿੱਖਾਂ ਸ਼ਰਤ ਸੁਣ ਲਈ, ਤੇਰਾ ਘਰ ਵਾਲਾ ਜਿੰਨੀ ਵਾਰੀ ਜੋ ਕੁਝ ਮਰਜ਼ੀ ਮੰਗੇ, ਪਰ ਤੂੰ ਇੱਕੋ ਵਾਰੀ ਮੰਗਣਾ, ਦੁਬਾਰਾ ਜੀ ਗਰੀਬ ਨਵਾਜ਼। ਚੰਗਾ ਫਿਰ ਪ੍ਰਸਾਨਾ ਕੁਝ ਮੰਗੋ। ਤੇ ਇਹਨੇ ਹੱਥ ਜੋੜ ਲਏ, ਬੜੀ ਅਕਲ ਵਾਲੀ ਨਿਕਲੀ। ਤੇ ਹੱਥ ਜੋੜ ਕੇ ਪਤਾ ਕੀ ਕਹਿੰਦੀ? ਕਹਿੰਦੀ ਕਰਦੀ ਹੈ ਬੇਨਤੀ, ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ, ਨੂੰ ਦੁੱਧ ਰਿੜਕਦੀ ਵੇਖਾਂ। ਇੱਕੋ ਪੰਕਤੀ 'ਚ, ਇੱਕੋ ਲਾਈਨ 'ਚ ਕਹਿੰਦੀ ਕਰਦੀ ਹੈ ਬੇਨਤੀ, ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ। ਹੁਣ ਸੋਨੇ ਦੀ ਮਧਾਣੀ ਕਿਸੇ ਗਰੀਬ ਘਰ 'ਚ ਥੋੜੀ ਹੋਏਗੀ, ਕੋਈ ਸ਼ਾਹੂਕਾਰ ਬੰਦਾ ਹੋਏਗਾ, ਉਹੀ ਸੋਨੇ ਦੀ ਮਧਾਣੀ 'ਚ ਦੁੱਧ ਰਿੜਕੇਗਾ ਨਾ। ਗਰੀਬੀ ਨੂੰ ਦੂਰ ਕਰਾਉਣ ਦੀ ਵੀ ਬੇਨਤੀ ਕਰ ਲਈ। ਕਹਿੰਦੀ ਕਰਦੀ ਹੈ ਬੇਨਤੀ, ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ, ਨੂੰ। ਹੁਣ ਤੁਸੀਂ ਸਿਆਣੇ ਹੋ, ਪੁੱਤਰ ਤੋਂ ਬਿਨਾਂ ਨੂੰ ਕਿੱਥੋਂ ਆਜੂ? ਪੁੱਤ ਵੀ ਮੰਗ ਲਿਆ, ਆਉਣ ਵਾਲੇ ਸਮੇਂ 'ਚ ਨੂੰ ਵੀ ਮੰਗ ਲਈ। ਕਹਿੰਦੀ ਕਰਦੀ ਹੈ ਬੇਨਤੀ, ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ, ਨੂੰ ਦੁੱਧ ਰਿੜਕਦੀ। ਹੁਣ ਦੁੱਧ ਰਿੜਕ ਕੇ ਦਹੀਂ, ਆਹ ਚੀਜ਼ਾਂ ਉਹਨਾਂ ਘਰਾਂ 'ਚ ਹੁੰਦੀਆਂ ਜਿਨ੍ਹਾਂ ਘਰਾਂ 'ਚ ਬਰਕਤ ਹੋਵੇ। ਘਰ ਦੀ ਬਰਕਤ ਵੀ ਮੰਗ ਲਈ। ਕਹਿੰਦੀ ਕਰਦੀ ਹੈ ਬੇਨਤੀ, ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ, ਨੂੰ ਦੁੱਧ ਰਿੜਕਦੀ ਵੇਖਾਂ। ਨੂੰ ਦੁੱਧ ਰਿੜਕਦੀ, ਉੱਚੀ ਬੋਲੋ, ਨੂੰ ਦੁੱਧ ਰਿੜਕਦੀ
ਵੇਖਾਂ ਅੱਖਾਂ ਦੀ ਜੋਤ ਵੀ ਮੰਗ ਲਈ। ਜਦੋਂ ਇੰਨੀ ਗੱਲ ਕਹੀ ਨਾ, ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਵੇਖਾਂ। ਜਦੋਂ ਇੰਨੀ ਗੱਲ ਕਹੀ ਮਹਾਰਾਜ ਬੜੀ ਉੱਚੀ ਉੱਚੀ ਹੱਸਣ ਲੱਗ ਪਏ। ਜਿੰਨੀਆਂ ਸੰਗਤਾਂ ਰੰਗ ਰਤੜੇ ਗੁਰਸਿੱਖ ਖੜੇ ਉਹ ਵੀ ਹੱਸਣ ਲੱਗ ਪਏ। ਤੇ ਹੱਸਦਿਆਂ ਹੱਸਦਿਆਂ ਸਾਹਿਬ ਪਤਾ ਕੀ ਕਹਿੰਦੇ, ਕਹਿੰਦੇ ਬੀਬੀ ਭਿੱਖਾਂ ਇੱਕੋ ਵਾਰੀ 'ਚ ਬੜਾ ਸੋਹਣਾ ਫਿਕਰਾ ਜਿਹਾ ਬਣਾ ਲਏ, ਜਰਾ ਦੁਬਾਰਾ ਕਹੋ ਕੀ ਆਖਿਆ ਈ, ਜਰਾ ਦੁਬਾਰਾ ਕਹੋ ਕੀ ਆਖਿਆ ਈ। ਤੇ ਕਹਿੰਦੀ ਕਰਦੀ ਹੈ ਬੇਨਤੀ ਗੁਰੂ ਅੱਗੇ ਭਿੱਖਾਂ, ਸੋਨੇ ਦੀ ਮਧਾਣੀ ਹੋਵੇ ਨੂੰ ਦੁੱਧ ਰਿੜਕਦੀ ਵੇਖਾਂ, ਉਹ ਚੁਬਾਰੇ 'ਚ ਪੰਘੂੜਾ ਹੋਵੇ ਪੋਤਾ ਖੇਡਦੀ ਵੇਖਾਂ। ਹਾਂਜੀ, ਜਦੋਂ ਇੰਨੀ ਗੱਲ ਕਹੀ ਨਾ ਤੇ ਮਹਾਰਾਜ ਕਹਿੰਦੇ ਉਹ ਬੀਬੀ ਭਿੱਖਾਂ ਇਹ ਦੂਜੀ ਵਾਰੀ 'ਚ ਇੱਕ ਲਾਈਨ ਵੱਧ ਕਿਉਂ ਜੋੜ ਲਈ? ਕਹਿੰਦੀ ਮਹਾਰਾਜ ਜੇ ਤੁਸੀਂ ਮੌਜ ਵਿੱਚ ਆ ਕੇ ਕਿਹਾ ਦੁਬਾਰਾ ਮੰਗ, ਤੇ ਮੈਂ ਕਿਹਾ ਇਹ ਵੀ ਵਾਰੀ ਫਿਰ ਮੈਂ ਖਾਲੀ ਕਿਉਂ ਜਾਣ ਦਿਆਂ। ਹਾਂਜੀ, ਸਤਿ ਸ੍ਰੀ ਅਕਾਲ। ਤੁਹਾਡਾ ਜਕਾਰਾ ਨਾ ਵਿੱਚੇ ਜਿਹਾ ਰਹਿ ਗਿਆ, ਗੱਜ ਕੇ ਲਾਓ ਜਕਾਰਾ। ਹਾਂ, ਸੋ ਨਿਹਾਲ। ਸਤਿ ਸ੍ਰੀ ਅਕਾਲ। ਮਹਾਰਾਜ ਕਹਿੰਦੇ ਦੂਜੀ ਵਾਰੀ ਇੱਕ ਲੈਣ ਵੱਧ ਕਿਉਂ ਜੋੜ ਲਈ? ਕਹਿੰਦੀ ਮਹਾਰਾਜ ਜੇ ਤੁਸੀਂ ਮੌਜ ਵਿੱਚ ਆ ਕੇ ਕਿਹਾ ਦੁਬਾਰਾ ਮੰਗਣ ਵਾਸਤੇ, ਤੇ ਮੈਂ ਕਿਹਾ ਵੀ ਵਾਰੀ ਖਾਲੀ ਕਿਉਂ ਜਾਣਦੇ ਆ। ਤੇ ਮਹਾਰਾਜ ਬੜੇ ਪ੍ਰਸੰਨ ਹੋਏ, ਕਹਿੰਦੇ ਤੁਸੀਂ ਸੰਗਤ ਨੂੰ ਪ੍ਰਸੰਨ ਕੀਤਾ, ਅਸੀਂ ਬਚਨ ਕਰਦੇ ਆ ਸਮੇਂ ਸਮੇਂ ਤੇ ਆ ਸਭ ਚੀਜ਼ਾਂ ਤੁਹਾਡੇ ਘਰ ਵਿੱਚ ਹੋਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਦੇਖੋ ਮੈਂ ਜਿਹੜੀ ਗੱਲ ਕਰ ਰਿਹਾ ਸਾਂ, ਵੱਡਾ ਦਾਤਾ ਹੈ, ਵੱਡੇ ਦੇ ਚਰਨਾਂ ਵਿੱਚ ਆਏ ਆ ਤੇ ਅੱਜ ਮੰਗ ਕੇ ਜਾਇਓ ਪਿਤਾ ਜੀ, ਅੱਜ ਹੋਲੇ ਮਹੱਲੇ ਵਾਲੇ ਦਿਨ ਸਾਡੇ ਔਗਣਾ ਤੇ ਇਹੋ ਜਿਹਾ ਹੱਲਾ ਲਾ ਦਿਓ, ਕਿਉਂਕਿ ਅਸੀਂ ਆਨੰਦਪੁਰ ਸਾਹਿਬ ਦਰਸ਼ਨ ਕਰਦੇ ਆ ਸਾਰੇ। ਆਨੰਦਪੁਰ ਸਾਹਿਬ ਨਾਲ ਕੇਸਗੜ੍ਹ ਸਾਹਿਬ ਹੈ। ਆਨੰਦ ਅਖੀਰਲੀ ਅਵਸਥਾ ਹੁੰਦੀ, ਅਖੀਰਲੀ ਅਵਸਥਾ। ਇਹ ਸੱਚਾਈ ਹੈ, ਜਿਸ ਬੰਦੇ ਦਾ ਕੇਸਗੜ੍ਹ ਕਾਇਮ ਹੈ ਨਾ, ਉਹ ਫਿਰ ਆਨੰਦਪੁਰ ਦਾ ਵਾਸੀ ਬਣ ਜਾਂਦਾ ਹੈ। ਜਿਹਦਾ ਕੇਸਗੜ੍ਹ ਕਾਇਮ ਹੈ ਉਹਦੇ ਅੰਦਰ ਫਿਰ ਇਹੋ ਜਿਹਾ ਆਨੰਦ ਆਉਂਦਾ ਹੈ, ਉਹ ਰੰਬੀਆਂ ਨਾਲ ਖੋਪੜੀਆਂ ਲਵਾਉਣੀਆਂ ਮਨਜ਼ੂਰ ਕਰ ਲੈਂਦਾ, ਬੰਦ ਕਟਵਾਉਣੇ ਮਨਜ਼ੂਰ ਕਰ ਲੈਂਦਾ, ਨੀਆਂ ਵਿੱਚ ਚੜਨਾ ਮਨਜ਼ੂਰ ਕਰ ਲੈਂਦਾ। ਪਰ ਪਿਆਰਿਓ ਉਹਦੇ ਅੰਦਰਲਾ ਆਨੰਦ ਕਦੀ ਟੁੱਟਦਾ ਨਹੀਂ, ਜਿਹਦਾ ਕੇਸਗੜ੍ਹ ਕਾਇਮ ਹੈ। ਅੱਜ ਅਰਦਾਸ ਕਰਕੇ ਜਾਇਓ ਪਿਤਾ ਜੀ ਅਸੀਂ ਵੀ ਆਪਣੀ ਸਿੱਖੀ ਕੇਸਾਂ ਸਵਾਸਾਂ ਸੰਗ ਸੰਭਾਲੀਏ। ਇਹ ਸਾਰਿਆਂ ਨੇ ਅੱਜ ਵੱਡੇ ਦਿਨ ਤੇ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ। ਹੁਣ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ। ਕੀਰਤਨ ਕਰਦਿਆਂ ਜਿੰਨੀਆਂ ਭੁੱਲਾਂ ਹੋਈਆਂ ਤੁਸੀਂ ਬਖਸ਼ ਦੇਣੀਆਂ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੰਦੇ ਹੋ ਪਿਆਰਿਓ, ਆਪਣੀਆਂ ਅੱਖਾਂ ਨਾਲ ਲਾ ਕੇ ਤੱਕੋ। ਜੋ ਅੰਮ੍ਰਿਤਸਰ ਸਾਹਿਬ ਰਾਮ ਤੀਰਥ ਰੋਡ ਤੇ ਜਿਹੜੀਆਂ ਸੰਗਤਾਂ ਪੀਟੀਸੀ ਸਿਮਰਨ ਤੇ ਰੋਜ਼ਾਨਾ ਦੁਪਹਿਰੀ 3 ਤੋਂ 4 ਵੇਖਦੀਆਂ ਨੇ ਪ੍ਰੋਗਰਾਮ, ਉਹਨਾਂ ਨੂੰ ਪਤਾ ਹੈ ਉੱਥੇ ਸਕੂਲ ਬਣਿਆ ਦਾਤਾ ਬੰਦੀ ਛੋੜ ਪਬਲਿਕ ਸਕੂਲ, ਜਿਸ ਸਕੂਲ ਵਿੱਚ ਗ੍ਰੰਥੀ ਸਿੰਘਾਂ ਦੇ ਬੱਚੇ ਜਿਨ੍ਹਾਂ ਦੀਆਂ 3 ਬੇਟੀਆਂ ਨੇ ਔਰ ਵਿਧਵਾ ਬੀਬੀਆਂ ਦੇ ਬੱਚਿਆਂ ਦੀ ਬਿਲਕੁਲ ਫ੍ਰੀ ਪੜ੍ਹਾਈ ਹੋ ਰਹੀ, ਉਸੇ ਜਗ੍ਹਾ ਦੇ ਉੱਤੇ ਹੀ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਬਣਿਆ। ਉਸ ਹਸਪਤਾਲ ਦੇ ਵਿੱਚ 20 ਰੁਪਇਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਦਿੱਤੀ ਜਾਂਦੀ। ਜਿਹੜੀ ਦਵਾਈ ਬਾਜ਼ਾਰੋਂ ਮੰਨ ਲਓ 100 ਦੀ ਮਿਲਣੀ, ਉੱਥੇ 30 ਦੀ। ਲੈਬੋਰਟਰੀ ਦੇ ਟੈਸਟ ਜਿਹੜੇ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 113 ਰੁਪਏ, ਜਿਹੜਾ ਆਪਣੇ ਮੂੰਹੋਂ ਕਹਿ ਦੇਵੇ ਮੈਂ ਨਹੀਂ ਦੇ ਸਕਦਾ ਉਹਦੇ ਲਈ ਫ੍ਰੀ ਹੈ ਹਸਪਤਾਲ। ਉੱਥੇ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ, ਜਿਸ ਕੋਰਸ ਦੇ ਵਿੱਚ ਕੀਰਤਨ ਦੀ, ਤਬਲੇ ਦੀ ਸਿਖਲਾਈ ਨਾਲ ਪਿਆਰਿਓ ਪਿਤਾ ਜੀ ਦੀ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ ਬੱਚਿਆਂ ਨੂੰ ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਸਿਹਤ ਠੀਕ ਰਵੇ, ਜਿਮ ਦਾ ਪ੍ਰਬੰਧ, ਘੋੜ ਸਵਾਰੀ, ਇਹ ਸਾਰੀਆਂ ਚੀਜ਼ਾਂ ਉੱਥੇ ਮੁਹੱਈਆ ਕਰਵਾਈਆਂ ਗਈਆਂ ਨੇ। ਉਸੇ ਜਗ੍ਹਾ ਤੇ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਵੀ ਦਿੱਤਾ ਜਾਂਦਾ ਤੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਜਿਸ ਰਸੋਈ ਦੇ ਰਾਹੀਂ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ 2000 ਤੋਂ ਵੀ ਵੱਧ ਪ੍ਰੇਮੀ। ਤੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ ਬਣਾਈ ਗਈ, ਜਿਸ ਗੱਡੀ ਦੇ ਰਾਹੀਂ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚਾਇਆ ਜਾਂਦਾ। ਇਹ ਸਾਰੀਆਂ ਚੀਜ਼ਾਂ ਆ ਕੇ ਜ਼ਰੂਰ ਦਰਸ਼ਨ ਦਿਓ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ। ਤੇ ਨਾਲ ਨਵੀਂ ਜਗ੍ਹਾ ਜਿਹੜੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਯੂਨਿਟ ਨੰਬਰ 3 ਮਹਾਰਾਜ ਨੇ ਨਵਾਂ ਬਖਸ਼ਿਆ, ਬਟਾਲਾ ਰੋਡ ਗੋਪਾਲਪੁਰਾ ਅੱਡਾ, 4.5 ਏਕੜ ਜਗ੍ਹਾ ਬਖਸ਼ੀ, ਜਿੱਥੇ ਸਕੂਲ ਹਸਪਤਾਲ, ਕਿਉਂਕਿ 2 ਚੀਜ਼ਾਂ ਨੂੰ ਲੈ ਕੇ ਚੱਲ ਰਹੇ ਆ, ਸਕੂਲ ਵੀ ਤੇ ਹਸਪਤਾਲ ਵੀ, ਐਜੂਕੇਸ਼ਨ ਵੀ ਤੇ ਨਾਲ ਹੈਲਥ ਵੀ। ਦੋਵੇਂ ਚੀਜ਼ਾਂ ਰੇਟ ਪੱਖੋਂ ਸਸਤੀਆਂ ਕਰਦੇ ਹੋ, ਉੱਦਾਂ ਹੋਣ ਉਚੇਰੀਆਂ।
ਇਹ ਦੋ ਚੀਜ਼ਾਂ ਨੂੰ ਲੈ ਕੇ ਚੱਲਿਆ ਜਾ ਰਿਹਾ ਤੇ ਅਰਦਾਸ ਕਰਿਓ, ਅਸੀਸ ਬਖਸ਼ਿਓ। ਸਾਡੇ ਮਹਾਂਪੁਰਖ ਬਾਬਾ ਮਹੰਤ ਕਰਮਜੀਤ ਸਿੰਘ ਜੀ, ਇਹਨਾਂ ਦੀ ਵੀ ਅਰਦਾਸ ਕਰਿਓ, ਸਤਿਗੁਰੂ ਇਹਨਾਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਮੇਰੇ ਮੁਰਸ਼ਿਦ ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ, ਤਿੰਨਾਂ ਦੀ ਦੇਹ ਅਰੋਗਤਾ ਦੀ ਸਭ ਨੇ ਅਰਦਾਸ ਕਰਨੀ ਕਿ ਸਤਿਗੁਰੂ ਉਹਨਾਂ ਨੂੰ ਦੇਹ ਅਰੋਗਤਾ ਬਖਸ਼ ਕੇ ਹਜ਼ਾਰਾਂ ਲੱਖਾਂ ਗੁਣਾ ਵਧਾ ਕੇ ਆਪਣੀਆਂ ਸੇਵਾਵਾਂ ਆਪ ਲੈਣ, ਮੇਰਾ ਕਰਨ। ਭੁੱਲ ਚੁੱਕ ਦੀ ਖਿਮਾ, ਪਿਆਰ ਸੇ ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ।